चक्र चिन्ह अर वर्ण जात, अर पात निहन जेहे। रूप रंग अर रेख पेख, को कह न सकत केहे। चल मूरत अनपव प्रकाश, अमित होय जय। कोट इंद्र इंद्रान, साहे साहान गणिजय। तिरपवन मिहीप स्वर नर स्वर, नेत नेत बन तिरण कहत। त्वै सर्वनाम कथै कवन, कर्म नाम वर्णत सुमत। अस कृपान खंडो खड़ग, तुबक तवरि अर तीर। सैफ सरोही सहथी, जह हमारा पीर। तीर तुही सथी तुही, तुही तवर तरवार। नाम तिहारो जो जपै, पै सिंध पव पार। काल तुही काली तुही, तुही तेगी अर तीर। तुही निशानी जीत की, आज तुही जगवीर। खड्ग केत मैं शरण तिहारी, आप हाथ दै लिहु उभारी। सर्व ठौर मोह हो सहाई, दुष्ट दोख ते लिहु बुझाई। नमस्कार श्री खड्ग को, करो सुहित चित लाय। पूर्ण करो ग्रंथ है, तुम मोह करो सहाय। मुकुचरै शास्त्र खट, पिंग गिरन चढ़ जाय। अंध लखै बदरो सुनै, जो काल कृपा कराय। कहाँ बुध प्रभ तुच्छ हमारी, वर न सकै महिमा जो तिहारी। हम न सकत कर सिवत तुम्हारी, आप लिहो तुम कथा सुधारी। हम न सकत कर सिवत तुम्हारी, आप लिहो तुम कथा सुधारी। वाहेगुरु साहिब जीओ, त्वै प्रसाद दोहरा। एक समय श्री आत्मा, उचर्यो मत स्यो बैन। सब प्रताप जगदीश को, कहो सकल विद तैन। त्वै प्रसाद दोहरा, एक समय श्री आत्मा।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। परम सत्कारयोग गुरु खालसा साध संगत जी, ਆਪਾਂ ਸਤਿਗੁਰ ਸੰਗਤ ਰੂਪ ਵਿੱਚ ਗੁਰੂ ਮਹਾਰਾਜ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਕੀਰਤਨ ਤੋਂ ਬਾਅਦ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਮੁਖਾਰਬਿੰਦ ਰਾਹੀਂ ਉਚਾਰਨ ਕੀਤੀ ਹੋਈ ਪਵਿੱਤਰ ਬਾਣੀ ਦੀ ਵਿਚਾਰ ਕਰ ਰਹੇ ਹਾਂ, ਜਿਹਦੇ ਵਿੱਚ ਗੁਰੂ ਕਲਗੀਧਰ ਮਹਾਰਾਜ ਮਹਾਰਾਜ ਜੀ ਨੇ ਆਪਣੇ ਮੁਖਾਰਬਿੰਦ ਤੋਂ ਉਹ ਦੋਹਰੇ ਛੰਦ ਦੇ ਵਿੱਚ ਬਹੁਤ ਪ੍ਰਸ਼ਨ ਕੀਤੇ ਨੇ ਕਿ ਉਹਨਾਂ ਦੋਹਰਿਆਂ ਦੇ ਵਿੱਚ ਉਹ ਪ੍ਰਹੇਲਕਾ ਅਲੰਕਾਰ ਦੁਆਰਾ ਉੱਤਰ ਵੀ ਦਿੱਤੇ ਹਨ। ਉਹ ਪ੍ਰਹੇਲਕਾ ਅਲੰਕਾਰ ਉੱਥੇ ਵਿਦਵਾਨ ਕਵੀ ਮੰਨਦੇ ਨੇ ਵੀ ਉਹ ਦੋ ਰੂਪਾਂ ਦੇ ਵਿੱਚ ਉਹ ਪ੍ਰਹੇਲਕਾ ਅਲੰਕਾਰ ਵਿੱਚ ਜੋ ਕੁਛ ਕਿਹਾ ਹੁੰਦਾ ਹੈ ਉਹਦੇ ਜਿਹੜੇ ਵਿਚਾਰ ਹੈ ਦੋ ਰੂਪਾਂ ਵਿੱਚ ਕੀਤੇ ਜਾਂਦੇ, ਕਿਉਂਕਿ ਜਿਹੜਾ ਪ੍ਰਹੇਲਕਾ ਅਲੰਕਾਰ ਹੈ ਉਹਦੇ ਵੀ ਦੋ ਰੂਪ ਹੈ, ਦੋ ਕਿਸਮਾਂ ਦਾ ਹੈ, ਇੱਕ ਬਾਹਰਲਾ ਹੈ, ਇੱਕ ਅੰਤਰਲਾ ਹੈ। ਜਿਹੜੇ ਵਿੱਚੋਂ ਹੀ ਉਹ ਛੰਦਾਂ ਵਿੱਚੋਂ ਬਾਣੀ ਵਿੱਚ ਉਤਰਦੇ ਜਾਣ ਉਹਦਾ ਅੰਤਰਲਾਭਕਾ, ਦੂਜਾ ਜਿਹੜਾ ਬਾਹਰੋਂ ਉੱਤੇ ਦਿੱਤੇ ਜਾਣ ਉਹ ਬਾਹਰਲਾਭਕਾ ਅਲੰਕਾਰ। ਸੋ ਸੰਪਰਦਾ ਵਿੱਚ ਜਿਵੇਂ ਬਾਹਰਲਾਭਕਾ ਅਨੁਸਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਹੀ ਇਹਨਾਂ ਦੋਹਰਿਆਂ ਦੇ ਵਿੱਚ ਜਿਹੜੇ ਪ੍ਰਸ਼ਨ ਹਨ ਉਹਨਾਂ ਦੇ ਉੱਤਰ ਦਿੱਤੇ ਗਏ ਹੈ। ਉਹ ਪਹਿਲੇ ਅਰਥ ਦੀ ਆਪਾਂ ਟਕਸਾਲ ਦੀ ਮਰਿਆਦਾ ਅਨੁਸਾਰ ਵਿਚਾਰ ਕਰ ਲਈ ਸੀ, ਯਾਨੀ ਟਕਸਾਲੀ ਅਰਥ ਸੀ ਜਿਹੜੇ ਪਹਿਲਾਂ ਕੀਤੇ ਸਨ। ਦੂਜੇ ਰੂਪ ਦੇ ਵਿੱਚ ਫਿਰ ਅੰਤਰਲਾਭਕਾ, ਵੀ ਦੋਹਰਿਆਂ ਦੇ ਵਿੱਚ ਅਖੀਰਲੀਆਂ ਜਿਹੜੀਆਂ ਪੰਗਤੀਆਂ ਅਖੀਰਲੇ ਪਦ ਹੈ ਉਹਨਾਂ ਵਿੱਚੋਂ ਹੀ ਉੱਤਰ ਉਹ ਦੂਜੇ ਅਰਥ ਵੀ ਵਿਚਾਰ ਆਪਾਂ ਪੂਰੀਆਂ ਕਰ ਲਈ ਸੀ। ਇਹ ਤੀਸਰੀ ਜੋ ਬਾਹਰਲਾਭਕਾ ਹੁੰਦਾ ਹੈ, ਬਾਹਰੋਂ ਅਰਥ ਦੇਣੇ, ਬਾਹਰੋਂ ਉੱਤਰ ਦੇਣੇ। ਉਹ ਜਿਵੇਂ ਕਾਹਨ ਸਿੰਘ ਨਾਭਾ ਜੀ ਨੇ ਵੀ ਉਹ ਕੋਈ ਦੋਹਰੇ ਆਪਣੇ ਮਹਾਨ ਕੋਸ਼ ਵਿੱਚ ਦਿੱਤੇ ਹੈ, ਨਾਲ ਉਹਦੇ ਵਿੱਚ ਕਿਹਾ ਵੀ ਇਹ ਟਕਸਾਲੀ ਜਿਹੜੇ ਗਿਆਨੀ ਹੈ ਇਹਨਾਂ ਦੋਹਰਿਆਂ ਦੁਆਰਾ ਉਹ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਅਰਥਾਂ ਦੀ ਬਾਣੀ ਦੀ ਵਿਚਾਰ ਕਰਦੇ ਹਨ। ਇਸੇ ਤਰ੍ਹਾਂ ਇੱਕ ਗਿਆਨੀ ਠਾਕੁਰ ਸਿੰਘ ਜੀ ਬੜੇ ਚੰਗੇ ਵਿਦਵਾਨ ਹੋਏ ਨੇ, ਉਹਨਾਂ ਨੇ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਬਾਣੀ ਦੇ ਪਿਰੇ ਲਿਖੇ ਨੇ। ਜਿਵੇਂ ਗੋਬਿੰਦ ਉਦਾਸ ਸਿੰਘ ਸਾਧੂ ਹੋਏ ਆ ਸ੍ਰੀ ਅੰਮ੍ਰਿਤਸਰ ਸਾਹਿਬ ਦੇ, ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਿਰੇ ਲਿਖੇ ਨੇ, 4 ਹਿੱਸਿਆਂ ਵਿੱਚੋਂ ਛਪੇ ਹੋਏ ਹੈ। ਉਹ ਜਿਹੜੇ ਕੋਈ ਸਾਧੂਆਂ ਦੇ ਸਥਾਨ ਹੈ ਉੱਥੇ ਤਾਂ ਹੁਣ ਪਏ, ਕਿਉਂਕਿ ਦੁਬਾਰਾ ਉਹ ਛਪੇ ਹੀ ਨਹੀਂ ਹੈ। ਇਸ ਤਰ੍ਹਾਂ ਜਾਣੀ ਉਹ ਵੀ ਕਾਫੀ ਸੰਪਰਦਾ ਵਿੱਚ ਉਹਨਾਂ ਦੀਆਂ ਜਿਹੜੀਆਂ ਉਸਾਨਕਾਂ ਦਿੱਤੀਆਂ ਹੋਈਆਂ ਗੋਬਿੰਦਾਸ ਦੀਆਂ ਉਹਨੂੰ ਤਰਜੀਹ ਦਿੱਤੀ ਜਾਂਦੀ ਹੈ। ਉਹਨਾਂ ਵਿੱਚੋਂ ਕੁਝ ਉਸਾਨਕਾਂ ਨੂੰ ਜਿਹੜਾ ਜ਼ਿਆਦਾਤਰ ਤਰਜੀਹ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਟਕਸਾਲ ਵਾਲੇ ਦਿੰਦੇ ਹੈ। ਕੁਝ ਜਿਹੜੀਆਂ ਉਸਾਨਕਾਂ ਉਹਨਾਂ ਨੂੰ ਨਹੀਂ ਵੀ ਦਮਨਵੀਂ ਟਕਸਾਲ ਵਾਲੇ ਪ੍ਰਵਾਨ ਕਰਦੇ,
ਜਿਹੜੇ ਕੋਈ ਇਤਿਹਾਸ ਵਿੱਚ ਇਸ ਸੰਬੰਧ ਵਿੱਚ ਪ੍ਰਸੰਗ ਆਏ ਹੈ, ਫਿਰ ਉਹਨਾਂ ਦਾ ਉਹ ਸਾਹਮਣੇ ਰੱਖ ਕੇ ਪ੍ਰਸੰਗ ਨੂੰ ਫਿਰ ਉਹੀ ਉਸਾਨਕਾ ਉਹ ਸ਼ਬਦ ਹੀ ਬਿਆਨ ਕਰਦੇ। ਇਸ ਤਰ੍ਹਾਂ ਹੀ ਇਹ ਗਿਆਨੀ ਠਾਕਰ ਸਿੰਘ ਜੀ ਦੇ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਸਮ ਗ੍ਰੰਥ ਬਾਣੀ ਦੇ ਫਿਰੇ ਨੇ, ਉਹ ਥੋੜ੍ਹੇ ਸਥਾਨਾਂ 'ਤੇ ਛਪੇ ਹੋਏ ਜਿੱਥੇ ਕਿਤੇ ਪਏ, ਕਿਉਂਕਿ ਦੁਬਾਰਾ ਤੋਂ ਗੋਬਿੰਦ ਦਾਸ ਦੇ ਪ੍ਰਯੰਗ ਛਪੇ ਨਹੀਂ ਹੈ। ਉਹਦੇ ਵਿੱਚ ਵੀ ਯਾਨੀ ਇਹ ਜਿਹੜੇ ਦੋਹਰੇ ਹੈ ਇਹ ਥੋੜ੍ਹੇ ਥੋੜ੍ਹੇ ਫਰਕ ਨਾਲ ਦਿੱਤੇ ਗਏ। ਇਸੇ ਤਰ੍ਹਾਂ ਇੱਕ ਜਿਹੜਾ ਦੋਦਰ ਤੋਂ ਅੱਗੇ ਰਸੂਲਪੁਰ ਨਗਰ ਆਉਂਦਾ ਹੈ, ਇੱਥੋਂ ਦਾ ਕੋਈ ਸਿੰਘ ਸੀ, ਇਹ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂਵਾਲਾ ਕੋਲ ਆਇਆ ਸੀ। ਉਸਨੇ ਇਸ ਤਰ੍ਹਾਂ ਇਹ ਪੁਰਾਤਨ ਜਿਹੜੇ ਦੋਹਰੇ ਹੈ ਮਹਾਂਪੁਰਸ਼ਾਂ ਨੂੰ ਦਰਸ਼ਨ ਕਰਵਾਏ ਸੀ, ਜਿਸ ਕਰਕੇ ਮਹਾਂਪੁਰਸ਼ਾਂ ਨੇ ਆਪਣੇ ਕੋਲੋਂ ਦੋਹਰੇ ਲਿਖ ਵੀ ਲਏ ਸੀ ਵੀ ਹਾਂ ਇਹ ਬਹੁਤ ਸੋਹਣੇ ਆ ਉੱਤਰ ਰੂਪ ਦੇ ਵਿੱਚ। ਇਸ ਕਰਕੇ ਫਿਰ ਜਿਹੜੀ ਭਿੰਡਰਾਂਵਾਲੀ ਟਕਸਾਲ ਆ ਉਹਦੇ ਵਿੱਚ ਜਿਹੜੇ ਕੋਈ ਇਹਨਾਂ ਦੋਹਰਿਆਂ ਦੇ ਜਿਹੜੇ ਉੱਤਰ ਹੈ ਯਥਾਰਥ ਰੂਪ ਵਿੱਚ ਗੁਰਬਾਣੀ ਦੇ ਸਿਧਾਂਤ ਅਨੁਸਾਰ ਉਹ ਜਿਹੜੇ ਉਹ ਸਿੰਘ ਨੇ ਦੋਹਰੇ ਦਿਖਾਏ ਸਨ ਲਿਖੇ, ਉਹਨਾਂ ਅਨੁਸਾਰ ਅਰਥ ਕੀਤੇ ਜਾਂਦੇ ਹੈ। ਫਿਰ ਹੁਣ ਜਿਹੜਾ ਚੌਥਾ ਅਰਥ ਹੈ ਉਹ ਗਿਆਨੀ ਠਾਕਰ ਸਿੰਘ ਜੀ ਨੇ ਜਿਹੜੇ ਪਿਰੇ ਵਿੱਚ ਦੋਹਰੇ ਦਿੱਤੇ ਹੈ, ਉਹ ਰਸੂਲਪੁਰ ਤੋਂ ਜਿਹੜੇ ਗੁਰੂ ਸਿੰਘ ਪਾਸੋਂ ਮਹਾਂਪੁਰਸ਼ਾਂ ਨੇ ਦੋਹਰੇ ਲਿਖੇ ਸੀ ਉਸ ਅਨੁਸਾਰ। ਐਵੇਂ ਉਹ ਥੋੜ੍ਹੇ ਮਾਤਰ ਉਹਨਾਂ ਵਿੱਚ ਕੋਈ ਅੰਤਰ ਹੈ, ਥੋੜ੍ਹਾ ਜਿਹਾ ਫਰਕ ਹੈ। ਨਹੀਂ ਉਹ ਜਿਹੜੇ ਦੋਹਰੇ ਹਨ ਰਸੂਲਪੁਰ ਵਾਲੇ ਸਿੰਘ ਦੇ ਅਤੇ ਗਿਆਨੀ ਠਾਕਰ ਸਿੰਘ ਜੀ ਦੇ ਜਿਹੜੇ ਕੋਈ ਪਿਰੇ ਦਿੱਤੇ ਹੋਏ ਹਨ, ਉਹ ਕਰੀਬਨ ਨਾਲ ਹੀ ਇਸ ਦੇ ਮਿਲ ਜਾਂਦੇ ਹਨ। ਇਸ ਦੋਹਰਿਆਂ ਦੇ ਭਾਵ ਨਾਲ ਸਿਧਾਂਤ ਨਾਲ। ਹੁਣ ਜਿਵੇਂ ਚੌਥੇ ਅਰਥ ਵਿੱਚ ਵੀ ਉਹ ਬਾਹਰਲਾ ਅਪਕਾਈ ਜਾ ਰਿਹਾ ਹੈ, ਬਾਹਰੋਂ ਹੀ ਅਰਥ ਆ ਰਹੇ ਹੈ। ਉਹ ਜਿਵੇਂ ਵੀ ਆ ਰਹੇ ਆਪਾਂ ਗੁਰੂ ਮਹਾਰਾਜ ਜਿਵੇਂ ਮਤ ਬੁੱਧ ਬਖਸ਼ਣਗੇ ਆਪਾਂ ਵਿਚਾਰ ਕਰਾਂਗੇ, ਲਾਹਾ ਲਵਾਂਗੇ ਜੀ। ਏਕ ਸਮੈ ਸ੍ਰੀ ਆਤਮਾ। ਗੁਰੂ ਕਲਗੀਧਰ ਜੀ ਕਹਿੰਦੇ ਇੱਕ ਸਮੇਂ ਦੀ ਗੱਲ ਹੈ। ਜਿਹੜਾ ਆਤਮਾ ਕੀਏ ਸ੍ਰੀ ਦਾ ਅਰਥ ਹੈ ਸੋਭਾ ਵਾਲਾ, ਸ੍ਰੀ ਦਾ ਅਰਥ ਹੁੰਦਾ ਸਵਾਏਮਾਨ, ਸ੍ਰੀ ਦਾ ਅਰਥ ਹੁੰਦਾ ਸ਼੍ਰੋਮਣੀ, ਯਾਨੀ ਸ਼੍ਰੋਮਣੀ ਮਨ, ਸ਼ੁੱਧ ਮਨ, ਸਵਾਏ ਮਨ, ਸੁਧਰਿਆ ਹੋਇਆ ਮਨ। ਇੱਕ ਸਮੇਂ ਕਹਿੰਦੇ ਜਿਹੜਾ ਸਵਾਏ ਮਨ ਸ਼ੁੱਧ ਮਨ ਹੈ, ਉਚਰਿਓ ਮਤ ਸਿਓ ਬੈਨ। ਜਿਹੜੀ ਹੈ ਸਰੀਰ ਦੇ ਅੰਦਰ ਕਹਿੰਦੇ ਚੰਗੀ ਅਕਲ ਮਤ ਹੈ, ਚੰਗੀ ਬੁੱਧ ਹੈ, ਉਹਨੂੰ ਕਹਿੰਦੇ ਬੈਨ। ਜਿਹੜਾ ਬਚਨ ਉਚਰੇ ਕੇ ਉਚਾਰਿਆ ਬਚਨ ਕਿਹਾ ਉਹ ਬੁੱਧੀ ਨੂੰ। ਸਭ ਪ੍ਰਤਾਪ ਜਗਦੀਸ਼ ਕੋ। ਇਹ ਸ੍ਰੇਸ਼ਟ ਬੁੱਧੀ ਤੂੰ ਮੈਨੂੰ ਦੱਸ ਖੋਲ ਕੇ ਸਭ ਪ੍ਰਤਾਪ ਜਗਦੀਸ਼ ਕੋ। ਜਿਹੜਾ ਜਗਤ ਦੇ ਮਾਲਕ ਹੈ, ਸਾਡਾ ਜਿਹੜਾ ਮਾਲਕ ਹੈ, ਸੰਸਾਰ ਦਾ ਮਾਲਕ, ਉਹਦਾ ਜਿਹੜਾ ਤੇਜ ਪ੍ਰਤਾਪ ਹੈ ਉਹ ਸਭ ਤਰ੍ਹਾਂ ਕਰਕੇ ਤੂੰ ਕਹੇ ਮੈਨੂੰ ਦੱਸ। ਕਹੋ ਸਕਲ ਬਿਦ ਤੈਨ। ਕਹਿੰਦੇ ਉਹ ਸਾਰਾ ਜਿਹੜਾ ਜਗਤ ਦੇ ਮਾਲਕ ਦਾ ਪ੍ਰਤਾਪ ਹੈ ਨਾ, ਜਿਸ ਤਰ੍ਹਾਂ ਦੀ ਉਹਦੀ ਵਿਧੀ ਹੁੰਦੀ ਹੈ, ਢੰਗ ਤਰੀਕਾ ਹੁੰਦਾ ਹੈ, ਦ੍ਰਿਸ਼ਟਾਂਤ ਪ੍ਰਮਾਣ ਹੁੰਦੇ, ਉਸ ਅਨੁਸਾਰ ਤੂੰ ਕਹਿ, ਜਾਣੀ ਖੋਲ ਕੇ ਕਹਿ। ਬੁੱਧੀ ਕਹਿੰਦੀ ਹੈ ਵੀ ਕਹੋ ਸਕਲ ਬਿਦ ਤੈਨ, ਤੈਨ ਕੀ ਤੈਨੂੰ ਲੈ ਮਨਾ। ਮੈਂ ਸਭ ਤਰ੍ਹਾਂ ਕਰਕੇ ਢੰਗ ਤਰੀਕੇ ਨਾਲ ਇਹ ਦੱਸ ਦਿੰਦੀ ਹੈ। ਉਹ ਜਿਹੜਾ ਜਗਤ ਦਾ ਮਾਲਕ ਵਾਹਿਗੁਰੂ ਦਾ ਤੇਜ ਪ੍ਰਤਾਪ ਹੈ ਕਿ ਕਿਵੇਂ ਉਹਨੇ ਕਿੰਨੇ ਰੂਪ ਧਾਰਨ ਕੀਤੇ ਹੋਏ ਹੈ।
ਇਹ ਜਾਣੀ ਇਸ ਤਰ੍ਹਾਂ ਇੱਥੋਂ ਵਰਸ ਸ਼ੁਰੂ ਕਰ ਲੈਂਦੇ। ਉਸੇ ਤਰ੍ਹਾਂ ਮੈਂ ਬੁੱਧੀ ਕਹਿੰਦੀ ਹੈ ਜਾਂ ਜਿਹੜਾ ਈਸ਼ਰ ਹੈ ਉਹ ਜੀਵਾਤਮਾ ਨੂੰ ਕਹਿ ਰਿਹਾ ਹੈ। ਜਿਹੜਾ ਸ਼ੁੱਧ ਮਨ ਵਾਲਾ ਅਧਿਕਾਰੀ ਹੈ ਉਹਦੇ ਤਾਈਂ ਜਿਹੜੇ ਪੂਰੇ ਬ੍ਰਹਮ ਨਿਸ਼ਠੀ ਬ੍ਰਹਮ ਸਰੋਤੀ ਗੁਰੂ ਹੈ ਉਹ ਕਹਿ ਰਹੇ ਹਨ। ਉਹ ਜਿਵੇਂ ਉਸਦੇ ਅਧਿਕਾਰੀਆਂ ਦਾ ਅਧਿਕਾਰੀ ਦਾ ਮੰਦਾ ਉੱਤਰ ਦੇ ਰਹੇ, ਉਹ ਪ੍ਰਸ਼ਨ ਰੂਪ ਦੇ ਵਿੱਚ ਹੀ ਆ ਰਹੇ ਹਨ, ਉੱਤਰ ਰੂਪ ਦੇ ਵਿੱਚ ਬਾਹਰੋਂ ਦੋਹਰੇ ਹਨ। ਦੋਹਰਾ ਕੋ ਆਤਮਾ ਸਰੂਪ ਹੈ। ਇਹ ਹੁਣ ਜਿਹੜਾ ਸ਼ੁੱਧ ਮਨ ਹੈ ਉਹ ਸਮਤੀ ਤੋਂ ਸ੍ਰੇਸ਼ਟ ਬੁੱਧੀ ਤੋਂ ਪੁੱਛਦਾ ਵੀ ਤੂੰ ਦੱਸ ਮੈਨੂੰ ਵੀ ਜਿਹੜਾ ਅੰਦਰਲਾ ਸਾਡਾ ਆਪਾ ਹੈ ਜਿਹਨੂੰ ਆਤਮਾ ਕਹਿੰਦੇ ਹਨ, ਨਿਜ ਰੂਪ ਕਹਿੰਦੇ ਹਨ, ਰਸ ਰੂਪ ਕਿਆ ਹੈ। ਤਾਂ ਜਿਹੜਾ ਬੁੱਧੀ ਹੈ ਸਮਤੀ ਹੈ ਜਾਂ ਸ੍ਰੇਸ਼ਟ ਮਤ ਬਖਸ਼ਣ ਵਾਲੇ ਜੇ ਬ੍ਰਹਮ ਨਿਸ਼ਠੀ ਬ੍ਰਹਮ ਸਰੋਤੀ ਗੁਰੂ ਹੈ ਉਹ ਦੱਸਦੇ ਹੈ ਸੁੰਗ ਜੋਤ ਆਨੰਦ ਖਾਨ ਸਚਦਾ ਵਿਭੂ ਅਨੂਪ। ਇਹ ਜਾਣੀ ਇਹ ਰਸੂਲਪੁਰ ਤੋਂ ਜਿਹੜੇ ਸਿੰਘ ਤੋਂ ਦੋਹੇ ਲਿਖੇ ਸੀ ਨਾ ਉਹਦੇ ਅਨੁਸਾਰ ਇਹ ਆਤਮਾ ਦਾ ਸਰੂਪ ਹੈ। ਕਥਨ ਵੀ ਹੈ ਬੁੱਧੀ ਹੈ ਸਮਤੀ ਯਤ ਅਧਿਕਾਰੀ ਸੋਂਗ ਜੋਤ ਆਨੰਦ ਕਾਨ, ਜੋ ਆਪਣੇ ਆਪ ਤੋਂ ਜੋਤ ਰੂਪ ਹੈ, ਪ੍ਰਕਾਸ਼ ਰੂਪ ਹੈ ਤੇ ਆਨੰਦ ਖਾਨ ਇੱਕ ਰਸ ਆਨੰਦ ਸਰੂਪ ਹੈ। ਇਹ ਸੱਚ ਚਿਤਨੰਦ ਸੱਚ ਦਾ ਹੈ, ਸੱਚ ਸਰੂਪ ਹੈ ਤੇ ਵਿਭੂ ਵਿਆਪਕ ਹੈ। ਅਨੂਪਮ ਕੀ ਉਪਮਾ ਤੋਂ ਰਹਿਤ ਹੈ, ਅਨੋਖਾ ਹੈ। ਵਾਸੁਦੇਵ ਦੇ ਵਾਲ ਪਦ, ਉਹ ਸਾਰਿਆਂ ਨੂੰ ਆਪਣੇ ਵਿੱਚ ਵਾਸਾ ਦੇਣ ਵਾਲਾ ਹੈ, ਨਿਵਾਸ ਦੇਣ ਵਾਲਾ ਹੈ। ਜਿਹੜੇ ਦੇਵਤੇ ਹਨ ਉਹਨਾਂ ਦਾ ਜੋ ਆਸਰਾ ਅਸਥਾਨ ਰੂਪ ਹੈ ਬ੍ਰਹਮਾ ਵਿਸ਼ਨੂੰ ਆਦਿ ਉਹਨਾਂ ਦਾ ਵੀ ਜਿਹੜਾ ਮਾਲਕ ਹੈ, ਕਿਉਂਕਿ ਜਿਹੜੇ ਬ੍ਰਹਮਾ ਵਿਸ਼ਨੂੰ ਦੇ ਅੰਦਰ ਆਤਮਾ ਹੈ ਉਹੀ ਉਹਨਾਂ ਦਾ ਮੁੱਖ ਹੈ, ਉਹਦੇ ਕਰਕੇ ਉਹਨਾਂ ਦੀ ਹੋਂਦ ਹਾਲਤੀ ਹੈ। ਇਹ ਬ੍ਰਹਮਾ ਵਿਸ਼ਨੂੰ ਦੇ ਅੰਦਰ ਉਹ ਪਰਮਾਤਮਾ ਆਤਮਾ ਰੂਪ ਹੋ ਕੇ ਨਿਵਾਸ ਨਾ ਕਰੇ ਫਿਰ ਉਹਨਾਂ ਦੀ ਕੀ ਹੋਂਦ ਹਸਤੀ ਹੈ। ਇਸ ਕਰਕੇ ਦੇਵਤਿਆਂ ਦੇ ਜਿਹੜੇ ਅਦੋ ਹਨ ਆਸਰਾ ਰੂਪ ਬ੍ਰਹਮਾ ਵਿਸ਼ਨੂੰ ਉਹਨਾਂ ਦਾ ਵੀ ਜੋ ਮਾਲਕ ਹੈ ਉਹ ਕੌਣ ਆਤਮਾ ਹੀ ਹੈ, ਆਪਣਾ ਉਹਨਾਂ ਦਾ ਨਿੱਜੀ ਆਪਾ ਹੀ ਹੈ ਆਤਮ ਇਹ ਰੂਪ। ਇਹ ਕਹਿੰਦੇ ਆਤਮਾ ਦਾ ਸਰੂਪ ਹੈ ਵੀ ਉਹ ਆਪਣੇ ਆਪ ਤੋਂ ਪ੍ਰਕਾਸ਼ਵਾਨ ਇੱਕ ਰਸ ਆਨੰਦ ਸਰੂਪ ਹੈ, ਸੱਚ ਸਰੂਪ ਹੈ, ਵਿਆਪਕ ਸਰੂਪ ਹੈ, ਅਨੁਪਮ ਸਰੂਪ ਹੈ, ਸਭ ਨੂੰ ਆਪਣੇ ਵਿੱਚ ਵਾਸਾ ਦੇਣ ਵਾਲਾ ਹੈ। ਬ੍ਰਹਮਾ ਵਿਸ਼ਨੂੰ ਦਾ ਮਾਲਕ ਹੈ ਉਹ, ਇਹ ਆਤਮਾ ਦਾ ਸਰੂਪ ਹੈ। ਮਨਾ ਕਹਾ ਸ੍ਰਿਸ਼ਟ ਕੋ ਵਿਚਾਰ। ਫਿਰ ਹੁਣ ਮਨ ਸਮਤੀ ਤੋਂ ਬੁੱਧੀ ਤੋਂ ਪੁੱਛਦਾ ਵੀ ਜਿਹੜੀ ਸ੍ਰੇਸ਼ਟ ਦਾ ਜਿਹੜਾ ਹੈ ਸ੍ਰਿਸ਼ਟੀ ਕੀ ਹੈ ਇਹਦਾ ਵੀ ਵਿਚਾਰ ਮੈਨੂੰ ਦੱਸੋ। ਇਹਦੇ ਉੱਤਰ ਦੇ ਵਿੱਚ ਦੋਹਰਾ ਹੈ ਜੈਸੇ ਜਲ ਤੇ ਬੁਲਬੁਲਾ ਉਪਜਤ ਹੋਤ ਸੰਘਾਰ, ਐਸੇ ਪੂਰਨ ਬ੍ਰਹਮ ਤੇ ਜਾਨੋ ਸ੍ਰਿਸ਼ਟ ਵਿਚਾਰ। ਇਹ ਮਨਾ ਜਿਸ ਤਰ੍ਹਾਂ ਜਲ ਤੋਂ ਜਿਹੜਾ ਬੁਲਬੁਲਾ ਪੈਦਾ ਹੁੰਦਾ ਹੈ ਤੇ ਫਿਰ ਸੰਘਾਰ ਕੇ ਨਾਸ ਹੋ ਜਾਂਦਾ ਹੈ, ਪਾਣੀ ਤੋਂ ਬੁਲਬੁਲਾ ਉੱਠਦਾ ਤੇ ਪਾਣੀ ਵਿੱਚ ਹੀ ਲੀਨ ਹੋ ਜਾਂਦਾ ਹੈ। ਤੈਸੇ ਪੂਰਨ ਬ੍ਰਹਮ ਤੇ ਇਸੇ ਤਰ੍ਹਾਂ ਮਨਾ ਜਿਹੜਾ ਪੂਰਨ ਬ੍ਰਹਮ ਹੈ ਤਾਂ ਬ੍ਰਹਮਾ ਪਾਰ ਬ੍ਰਹਮ ਕਰਮਾਨਾ ਵਿਸ਼ਨ ਆਪ ਹੀ ਕੋ ਠਹਿਰਾਇਓ ਮਹਾਦੇਵ ਚੁਤਕਾਇਓ। ਸਾਰਿਆਂ ਨੇ ਆਪਣੇ ਆਪ ਨੂੰ ਕਿਹਾ ਵੀ ਅਸੀਂ ਬ੍ਰਹਮਾ ਹੈ। ਦੇਵੀ ਪ੍ਰਾਣ ਭਾਗਵਤ ਪੜ੍ਹੋ ਉੱਥੇ ਦੇਵੀ ਨੂੰ ਬ੍ਰਹਮ ਕਿਹਾ ਪਿਆ ਵੀ ਇਹੀ ਆਦਿ ਸ਼ਕਤੀ ਹੈ। ਇਸੇ ਆਦਿ ਸ਼ਕਤੀ ਦਾ ਨਾਂ ਹੀ ਰੱਬ ਰੂਪ ਹੈ, ਪਾਰ ਬ੍ਰਹਮ ਹੈ। ਇਹੀ ਵਿਸ਼ਨੂੰ ਬ੍ਰਹਮਾ ਸ਼ਿਵ ਜੀ ਆਦਿਕ ਨੂੰ ਬਣਾਉਂਦੀ ਹੈ।
ਇਸ ਕਰਕੇ ਇਹ ਹੀ ਬ੍ਰਹਮ ਹੈ। ਜਿੱਥੇ ਵਿਸ਼ਨ ਪ੍ਰਾਣ ਹੈ ਉੱਥੇ ਵਿਸ਼ਨੂੰ ਪ੍ਰਾਣ ਨੂੰ ਬ੍ਰਹਮ ਕਿਹਾ ਹੈ। ਜੇ ਬ੍ਰਹਮ ਬ੍ਰਹਮਾ ਦਾ ਪ੍ਰਾਣ ਉੱਥੇ ਬ੍ਰਹਮਾ ਨੂੰ ਬ੍ਰਹਮ ਕਿਹਾ ਪਿਆ। ਜੇ ਸ਼ਿਵ ਪ੍ਰਾਣ ਹੈ ਉਹ ਕਹਿੰਦੇ ਸਦਾ ਸ਼ਿਵ ਰੂਪ ਕਲਿਆਣ ਸਰੂਪ। ਇਸ ਕਰਕੇ ਬ੍ਰਹਮ ਸ਼ਿਵ ਜੀ ਹੀ ਹੈ। ਇੱਥੇ ਕਹਿੰਦੇ ਆ ਵੀ ਜਿਹੜਾ ਉਹ ਸਾਰੇ ਪਰਿਪੂਰਨ ਬ੍ਰਹਮ ਹੈ, ਪੂਰਨ ਬ੍ਰਹਮ ਹੈ। ਜਾਨੋ ਸ੍ਰਿਸ਼ਟ ਵਿਚਾਰ ਐਸਾ ਕਹਿੰਦੇ ਸਾਰੇ ਪਰਿਪੂਰਨ ਬ੍ਰਹਮ ਹੈ। ਜਿਸ ਤੋਂ ਪਾਣੀ ਬੁਲਬੁਲੇ ਪੈਦਾ ਹੁੰਦੇ ਤੇ ਨਾਸ ਹੋ ਜਾਂਦੇ ਹੈ, ਕਹਿੰਦੇ ਉਸੇ ਤੋਂ ਇਹ ਪੈਦਾ ਹੋਈ ਸ੍ਰਿਸ਼ਟੀ ਤੇ ਉਸੇ ਵਿੱਚ ਹੀ ਅਖੀਰ ਨੂੰ ਇਹ ਲੀਨ ਹੋ ਜਾਏਗੀ। ਇਹ ਕਹਿੰਦੇ ਸ੍ਰਿਸ਼ਟੀ ਦਾ ਵਿਚਾਰ ਤੈਨੂੰ ਦੱਸ ਦਿੱਤਾ ਹੈ ਵੀ ਪਰਮੇਸ਼ਰ ਤੋਂ ਇਹ ਆਈ ਹੈ ਤੇ ਪਰਮੇਸ਼ਰ ਵਿੱਚ ਹੀ ਇਹ ਲੀਨ ਹੋ ਜਾਏਗੀ ਅਖੀਰ ਨੂੰ। ਕੌਣ ਧਰਮ ਕੋ ਕਰਮ ਹੈ। ਹਾਂ ਅੱਗੇ ਜਿਹੜਾ ਕੌਣ ਕਰਮ ਕੋ ਧਰਮ ਹੈ। ਕੌਣ ਧਰਮ ਕੋ ਕਰਮ ਹੈ। ਵੀ ਜਿਹੜਾ ਧਰਮ ਹੈ ਉਹਦਾ ਕਰਮ ਧਰਮ ਕੀ ਹੈ। ਯਾਨੀ ਜਿਹੜਾ ਧਰਮ ਕੀ ਹੈ ਤੇ ਕਰਮ ਕੀ ਹੈ। ਇਹ ਧਰਮ ਦਾ ਉੱਤਰ ਦਿੰਦੇ ਆਤਮ ਮੈਂ ਨਿਤ ਹੋ ਬਣੋ। ਜਿਹੜਾ ਆਤਮਾ ਇਹਦੇ ਵਿੱਚ ਜਿਹੜਾ ਨਿਤ ਹੋਣਾ ਹੈ ਵੀ ਉਹ ਤ੍ਰੈ ਕਾਲ ਆਵਾਜ਼ ਸੱਤੋਂ ਜਿਹੜਾ ਤਿੰਨਾਂ ਕਲਾਂ ਵਿੱਚ ਨਾਸ ਨਾ ਹੋਵੇ ਉਹਨੂੰ ਕਹਿੰਦੇ ਸੱਤ। ਜਿਹੜਾ ਸੱਤ ਹੈ ਉਹਨੂੰ ਕਹਿੰਦੇ ਹੈ ਨਿਤ। ਜਿਹੜਾ ਆਤਮਾ ਹੈ ਉਹਦੇ ਵਿੱਚ ਜਿਹੜਾ ਨਿਤ ਹੋਣਾ ਹੈ ਵੀ ਆਤਮਾ ਹਮੇਸ਼ਾ ਹੈ। ਇਹੀ ਕਹਿੰਦੇ ਜਿਹੜਾ ਆਤਮਾ ਦਾ ਆਪਣਾ ਨਿਜ ਧਰਮ ਹੈ ਜਾਣ ਲਈਏ। ਕੋ ਕਰਮ ਹੈ। ਆ ਕੇ ਵੀ ਸ਼ੁਭ ਕਰਮ ਕਿਹੜਾ ਹੈ। ਅਰਥ ਨੂੰ ਉੱਤਰ ਹੈ ਮਨ ਵਿੱਚ ਹਰ ਆਰਾਧਨ ਇਹ ਕਰਮ ਸ਼ੁਭ ਜਾਨ। ਵੀ ਮਨ ਕਰਕੇ ਵੀ ਉਹ ਹਰੇ ਭਰੇ ਵਾਹਿਗੁਰੂ ਦਾ ਆਰਾਧਨ ਕਰਨਾ ਤੇ ਬਚ ਕੇ ਬਾਣੀ ਕਰਕੇ ਜ਼ੁਬਾਨ ਕਰਕੇ ਵੀ ਵਾਹਿਗੁਰੂ ਦਾ ਜਾਪ ਕਰਨਾ, ਉਹਦਾ ਜਪਣਾ। ਇਹ ਮਨ ਵਿੱਚ ਹਰ ਆਰਾਧਨ ਇਹ ਕਰਮ ਸ਼ੁਭ ਨਾਮ। ਇਸ ਦਾ ਨਾਮ ਸ਼ੁਭ ਕਰਮ ਹੈ, ਸ੍ਰੇਸ਼ਟ ਕਰਮ ਹੈ। ਕਹੋ ਸਕਲ ਵਿਸਥਾਰ। ਇਹ ਤੈਨੂੰ ਕਹਿੰਦੇ ਵਿਸਥਾਰ ਪੂਰਵਕ ਸਾਰਾ ਮਨਾ ਕਹਿ ਦਿੱਤਾ ਮੈਨੇ। ਦੋਹਰਾ ਕਹਿ ਜੀਤਬ ਕਹਿ ਮਰਨ ਹੈ। ਪ੍ਰਸ਼ਨ ਹੈ ਵੀ ਜਿਉਣਾ ਕੀ ਹੈ ਤੇ ਮਰਨਾ ਕੀ ਹੈ, ਮੌਤ ਕੀ ਹੈ। ਕਹ ਕਵਨ ਸੁਰਗ ਕਹਿ ਨਰਕ। ਹੁਣ ਇਹਦੇ ਉੱਤਰ ਦੇ ਵਿੱਚ ਹੈ ਉਹ ਕਹਿ ਜੀਤਵ ਵੀ ਦੋਖ ਵਿਵਰਜਿਤ ਜੀਵਨੋ। ਜਿਹੜਾ ਔਗਣਾ ਤੋਂ ਬਚ ਕੇ ਰਹਿਣਾ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚ ਕੇ ਰਹਿਣਾ ਹੈ। ਇਹਨਾਂ ਦੇ ਅੜਿੱਕੇ ਨਹੀਂ ਚੜ੍ਹਨਾ ਹੈ। ਇਹੀ ਕਹਿੰਦੇ ਅਸਲੀ ਜਿਉਣਾ ਹੈ। ਇਹਨਾਂ ਤੋਂ ਉੱਪਰ ਉੱਠ ਕੇ ਜਿਹੜਾ ਮਨੁੱਖ ਜਿਉਂਦਾ ਉਹ ਅਸਲੀ ਜਿਉਂਦਾ ਹੈ। ਇਹਨਾਂ ਦੇ ਅਧੀਨ ਹੋ ਕੇ ਕਿਹੜਾ ਜਿਹੜਾ ਜਿਉਂਦਾ ਉਹ ਕਾਹਦਾ ਹੈ। ਇਹ ਤਾਂ ਮਰੇ ਦੇ ਤੁੱਲ ਹੈ। ਇਸ ਕਰਕੇ ਜਿਹੜੇ ਪੰਜ ਦੋਖ ਹਨ ਇਹਨਾਂ ਨੂੰ ਰੋਕ ਕੇ ਰੱਖਣਾ ਹੀ ਕਹਿੰਦੇ ਜਿਉਣਾ ਹੈ। ਕਹਿ ਮਰਨ ਹੈ। ਇਹ ਜੀਵਤ ਹੈ, ਇਹ ਅਸਲੀ ਜਿਉਣਾ ਹੈ। ਔਰ ਸਵਾਸ ਆਈ ਜਾਈ ਜਾਣ ਤੇ ਕੋਈ ਵੀ ਇਹ ਜਿਉਂਦਾ ਹੈ। ਕਹਿੰਦੇ ਇਹ ਨਹੀਂ ਹੈ ਜਿਹੜਾ ਇਹ ਪੰਜਾਂ ਨੂੰ ਰੋਕ ਕੇ ਰੱਖਣਾ ਤੇ ਫੇਰ ਜਿਉਣਾ ਸੰਸਾਰ ਦੇ ਵਿੱਚ, ਇਹ ਅਸਲੀ ਜਿਉਣਾ ਹੈਗਾ ਹੈ। ਇਹ ਇਸੇ ਤਰ੍ਹਾਂ ਕਹਿ ਮਰਨਾ ਹੈ। ਨਿੰਦਾ ਸੰਯੁਕਤ ਹੈ ਹਨੋ। ਨਿੰਦਾ ਦੇ ਸਹਿਤ ਹੋ ਕੇ ਬਦਨਾਮ ਹੋ ਕੇ ਜਿਹੜਾ ਕੋਈ ਮਰਨਾ ਹੈ ਇਹ ਕਹਿੰਦੇ ਅਸਲੀ ਮਰਨਾ ਹੈ। ਹੁਣ ਤਾਂ ਸਾਰੇ ਮਰੀ ਜਾਂਦੇ ਹੈ। ਜਿਹੜਾ ਜਿਹਦੀ ਬਦਨਾਮੀ ਹੋਵੇ, ਬਦਨਾਮ ਹੋ ਕੇ ਮਰੇ, ਉਹਨੂੰ ਮੁੜ ਕੇ ਨਹੀਂ ਫਿਰ ਚੇਤੇ ਕਰਦਾ ਕੋਈ। ਬਦਨਾਮ ਬੰਦੇ ਨੇ ਕਹਿੰਦੇ ਨਹੀਂ ਕਿ ਨਾਂ ਲੈਣਾ
ਦੂਜੇ ਤਾਂ ਮਰੇ ਤੋਂ ਬਾਅਦ ਨਾਂ ਲੈ ਲੈਂਦੇ ਆ ਨਾ ਭੁਲੇਖੇ। ਭੈੜੇ ਬੰਦੇ ਦਾ, ਬਦਨਾਮ ਬੰਦੇ ਦਾ ਕੋਈ ਨਾਂ ਲੈ ਕੇ ਰਹਿੰਦੇ। ਇਸੇ ਕਰਕੇ ਸਾਗਤ ਸੇ ਸ਼ੁਕਰ ਭਲਾ ਰਾਖੈ, ਆਸ਼ਾ ਨੋ ਸਾਗਤ ਬੁਰਾ ਮਰ ਗਿਆ ਕੋਈ ਨਾ ਲੈ ਹੈ ਨਾ। ਉਹ ਟੁੱਟਿਆ ਰੱਬ ਤੋਂ ਜਿਹੜਾ ਹੈ ਮਰ ਗਿਆ, ਕਹਿੰਦੇ ਕੋਈ ਉਹਦਾ ਨਾਂ ਨਹੀਂ ਲੈਂਦਾ ਹੈ। ਤੇ ਜੇ ਕੋਈ ਭੁੱਲ ਭੁਲੇਖੇ ਨਾਲ ਲੈ ਲਈ ਫਿਰ ਵੀ ਉਹਨੂੰ ਟੋਕਾ ਟਾਕੀ ਕਰਦੇ, ਉਹ ਕਿਸੇ ਜਿਹੇ ਚੰਦਰੇ ਦਾ ਨਾਂ ਤੂੰ ਲਿਆ, ਸਾਡੇ ਦਾ ਕੀ ਲੈਣਾ ਭ੍ਰਿਸ਼ਟੇ ਬੰਦੇ ਦਾ ਨਾਂ। ਇਸ ਤਰ੍ਹਾਂ ਜਿਹੜਾ ਕਹਿੰਦੇ ਸੰਸਾਰ ਦੇ ਵਿੱਚ ਨਿੰਦਾ ਸਹਿਤ ਹੋ ਕੇ ਮਰਨਾ ਹੁੰਦਾ, ਬਦਨਾਮ ਲੋਕ ਹੋ ਕੇ ਮਰਨਾ ਹੁੰਦਾ। ਲੋਕ ਨੂੰ ਮਾੜਾ ਮਾੜਾ ਕਹੀ ਜਾਂਦੇ ਨੇ ਤੇ ਉਹ ਅਸਲੀ ਮਰਨਾ, ਉਹ ਤਾਂ ਜਮਾਂ ਹੀ ਮਰ ਗਿਆ ਹੈ। ਬਈਆਂ 'ਚ ਜ਼ਰੂਰ ਉਹਦਾ ਨਾਂ ਰਹਿ ਜਾਂਦਾ ਹੈ, ਬਾਕੀ ਨਹੀਂ ਫਿਰ ਮੁੜ ਕੇ ਉਹਦਾ ਕੋਈ ਨਾਂ ਲੈਂਦਾ, ਉਹਦੀ ਕੋਈ ਬਰਸ਼ੀ ਬੁਰਸ਼ੀ ਨਹੀਂ ਕੋਈ ਮਨਾਉਂਦਾ, ਢਾਡੀ ਸਿੰਘਵਾਰਾ ਨਹੀਂ ਗਾਉਂਦੇ ਉਹਦੇ ਮਰੇ ਦੀਆਂ। ਇਸ ਕਰਕੇ ਹਾਂ ਦੂਜੇ ਰੂਪ ਦੇ ਵਿੱਚ ਭੂਤਲੇ ਭਾਵੇਂ ਕੋਈ ਉਹ ਸਾੜਦੇ ਜਿਵੇਂ ਰੋਣ ਦੇ ਸਾੜ ਦਿੰਦੇ ਹੈ ਲਾਲ ਕੇ ਪਿੱਛੋਂ, ਕਿਉਂਕਿ ਉਹ ਬਦਨਾਮ ਹੋਇਆ ਤੇ ਬਦਨਾਮ ਕਰਦੇ ਨੇ ਵੀ ਇਹ ਹੈ ਤਾਂ ਭਾਵੇਂ ਬ੍ਰਾਹਮਣ ਸੀ ਹੋਵੇ, ਕਰਾਉਣ 4 ਵੇਦਾਂ ਦਾ ਟੀਕਾ ਕਰਨ ਵਾਲਾ ਵੀ ਹੈ। ਤੇ ਜਰਮਨ ਵਿੱਚ ਉਹਦੇ ਟਿੱਪਣ ਉਹ ਵੇਦ ਵੀ ਪਏ ਹੈ, ਪਰ ਮਾੜੇ ਉਹਦੇ ਸਾਰੇ ਕੰਮ ਸੀ। ਚੰਗ ਕੰਮ ਉਹਦਾ ਚੰਗਾ ਕੋਈ ਨਹੀਂ। ਵੀ ਵੇਖ ਲਾ ਰਿਖੀ ਮੁਨੀ ਜਿਹੜੇ ਜੰਗਲ ਵਿੱਚ ਤਪ ਕਰਦੇ ਸੀ, ਉਹਨਾਂ ਨੂੰ ਵੀ ਪੁੜਗਵਾ ਜਾ ਕੇ ਕਹਿੰਦਾ ਤੁਸੀਂ ਕੁਝ ਦਿਓ ਮੈਨੂੰ ਟੈਕਸ, ਮੇਰੀ ਕਹਿੰਦਾ ਤੁਸੀਂ ਰਾਜਧਾਨੀ ਵਿੱਚ ਮੇਰੇ ਦੇਸ਼ ਵਿੱਚ ਰਹਿੰਦੇ ਆ। ਉਹ ਕਹਿੰਦੇ ਵੀ ਅਸੀਂ ਤਾਂ ਕਿਸੇ ਤੇ ਬੋਝ ਨਹੀਂ, ਅਸੀਂ ਕਿਸੇ ਸ਼ਹਿਰ ਨਗਰ ਵਿੱਚ ਆ ਕੇ ਕੋਈ ਮੰਗ ਕੇ ਨਹੀਂ ਲਿਆਂਦੇ ਮੱਖਣੀ ਦੁੱਧ। ਪਰ ਜੰਗਲ ਵਿੱਚ ਜਿਹੜਾ ਕੋਈ ਹੈਗਾ ਫਲ ਫਰੂ ਪੱਤੇ ਪੁੱਤੇ ਖਾ ਕੇ ਅਸੀਂ ਆਪਣਾ ਗੁਜ਼ਾਰਾ ਕਰਦੇ ਹਾਂ, ਅਸੀਂ ਤੈਨੂੰ ਕਾਹਦਾ ਟੈਕਸ ਦੇਈਏ। ਕਹਿੰਦਾ ਫਿਰ ਵੀ ਮੇਰੇ ਦੇਸ਼ ਵਿੱਚ ਤਾਂ ਰਹਿੰਦੇ ਨਾ, ਮੇਰੇ ਰਾਜ ਵਿੱਚ ਰਹਿੰਦੇ ਆ। ਉਹ ਕਹਿੰਦੇ ਫਿਰ ਜਿਹੜਾ ਸਾਡੇ ਕੋਲ ਹੈਗਾ ਧਨ ਪਦਾਰਥ ਹਾਥੀ ਘੋੜਾ ਲੈ ਲਾ। ਇਹੋ ਜਿਹਾ ਪੜੂਆ ਕਹਿੰਦਾ ਤੁਹਾਡੇ ਸਰੀਰ 'ਚ ਖੂਨ ਤਾਂ ਹੈਗਾ, ਲਹੂ ਤਾਂ ਹੈਗਾ, ਕਹਿੰਦਾ ਇਹੀ ਦਿਓ ਜੀ। ਲੋ ਰਿਸ਼ੀਆਂ ਮੁਨੀਆਂ ਦਾ ਨਾਮ ਜਪਣ ਵਾਲਿਆਂ ਦਾ ਭੜੂਏ ਨੇ ਖੂਨ ਕੱਢ ਲਿਆ। ਇਹ ਵੇਖ ਲਓ ਵੇਦਾਂ ਦਾ ਟਿੱਕਣ ਕਰਨ ਵਾਲਾ ਹੈ। ਇਸ ਕਰਕੇ ਮੂਰਖ ਰਾਵਣ ਕੇ ਲੈ ਗਿਆ। ਮੂਰਖ ਨੂੰ ਮੂਰਖ ਰਾਵਣ ਕੇ ਵਿਦਵਾਨ ਹੁੰਦੇ ਹੋਇਆ ਬੜਿਆ ਮੂਰਖ ਆਖੀਏ ਜਿਸ ਲੱਭ ਲੋਭ ਅਹੰਕਾਰਾ। ਇਹ ਹੰਕਾਰ ਸੀ ਵੀ ਲੱਭ ਸੀ ਤੇ ਲੋਭ ਵੀ ਸੀ, ਇਹ ਸਾਰੇ ਔਗੁਣ ਉਹਦੇ ਵਿੱਚ ਸੀ ਰਾਵਣ ਵਿੱਚ, ਜਿਸ ਕਰਕੇ ਉਹਨੂੰ ਮੂਰਖ ਕਹਿ ਦਿੱਤਾ ਪੜ੍ਹੇ ਲਿਖੇ ਨੂੰ। ਇਸੇ ਤਰ੍ਹਾਂ ਇੱਥੇ ਉਹ ਕਹਿ ਰਹੇ ਹੈ ਵੀ ਕਹਿ ਮਰਨ ਹੈ। ਆਹ ਕਹਿੰਦੇ ਜਿਹੜਾ ਕੋਈ ਨਿੰਦਾ ਸਹਿਤ ਬਦਨਾਮ ਹੋ ਕੇ ਮਰਨਾ ਹੈ, ਇਹੀ ਅਸਲੀ ਮਰਨਾ ਹੈ, ਕੋਈ ਉਹਦਾ ਨਾਂ ਨਹੀਂ ਲੈਂਦਾ ਹੈ। ਕਵਨ ਸੁਰਗ ਕਹਿ ਨਰਕ। ਹਾਂ ਕਹਿੰਦੇ ਅਸਲੀ ਜਿਹੜਾ ਸਵਰਗ ਕਿਹੜਾ ਹੈ, ਇੱਕ ਤਾਂ ਦੇਵ ਲੋਕ ਹੈ ਨਾ, ਜਿੱਥੇ 33 ਕਰੋੜ ਦੇਵਤੇ ਰਹਿੰਦੇ ਹੈ। ਤੇ ਇੰਦਰ ਆਪਣੀ ਸੱਚੀ ਦੇ ਸਹਿਤ ਸਿੰਘਾਸਨ ਤੇ ਬਿਰਾਜਦਾ ਹੈ, ਆਪਣੀ ਪਤਨੀ ਸਹਿਤ ਬੈਠਦਾ ਹੈ, ਹੁਕਮ ਕਰਦਾ ਹੈ। ਸੋਨੇ ਦੇ ਮੰਦਰ ਬਣੇ ਹੋਏ ਹੈ। ਤੇ ਉਸ ਸਰਗ ਵਿੱਚ ਕਲ ਬਿਰਸ਼ ਵੀ ਹੈਗਾ, ਹਰੀਸ਼ਚੰਦਨ ਵੀ ਹੈਗਾ, ਚਿੰਤਾਮਣੀ ਵੀ, ਸਵਾਤਕਮਣੀ ਵੀ ਹੈਗੀ ਹੈ, ਤੇ ਕਾਮਧੇਨ ਗਊ ਵੀ ਉਸ ਸਰਗ ਵਿੱਚ ਹੈਗੀ ਹੈ। ਇਹ ਸਭ ਤਰ੍ਹਾਂ ਦੀਆਂ ਸਹੂਲਤਾਂ ਹੈ। ਕਹਿੰਦੇ ਇੱਥੇ ਮਾਤ ਲੋਕ ਵਿੱਚ ਸਵਰਗ ਕਿਹੜਾ ਹੈ, ਇਹ ਕਹਿ ਸਵਰਗ ਹੈ ਵੀ ਕਿਹਨੂੰ ਇੱਥੇ ਮਾਤ ਲੋਕ ਵਿੱਚ ਸਵਰਗ ਦੀ ਪ੍ਰਾਪਤੀ, ਇੱਥੇ ਰਹਿੰਦਾ ਹੋਇਆ ਸਵਰਗਾਂ ਵਿੱਚ ਰਹਿੰਦਾ ਹੈ। ਇਹ ਪ੍ਰਸ਼ਨ ਹੈ, ਉੱਤਰ ਇਹਦਾ ਤ੍ਰਿਸ਼ਨਾ ਬਸ। ਕਹਿੰਦੇ ਸਵਰਗ ਹੈ ਜਿਹਨੇ ਮਾਇਆ ਦੀ ਤ੍ਰਿਸ਼ਨਾ ਨੂੰ ਆਪਣੇ ਬਸ ਵਿੱਚ ਕਰ ਲਿਆ। ਮਾਇਆ ਦੀ ਤ੍ਰਿਸ਼ਨਾ ਜਿਹਨੂੰ ਹੁੰਦੀ ਨਹੀਂ ਹੈ, ਉਹ ਕੋੜ ਜੋਰੇ ਲੱਖ ਕਰੋੜੇ ਮਨ ਨਾ ਹੋਰੇ, ਪਰੈ ਪਰੈ ਕੀ ਲੁਝੀ ਹੋਏ ਇਹ ਨਹੀਂ ਚਾਹਨਾ ਉੱਠਦੀ ਵੀ ਅੱਗੇ ਤੋਂ ਅੱਗੇ ਹੋਰ ਚਾਹਣਾ। ਲੱਖ ਜੋੜ ਲਿਆ ਵੀ ਕਰੋੜ ਹੋਵੇ, ਅਰਬ ਖਰਬ ਹੋਵੇ। ਵੀ ਜਿਹਨੇ ਮਾਇਆ ਦੀ ਤ੍ਰਿਸ਼ਨਾ ਨੂੰ ਬਸ ਕਰ ਲਿਆ, ਕਟੋਰ ਕਰ ਲਿਆ, ਯਾਨੀ ਸੰਤੋਖੀ ਬਣ ਗਿਆ।
ਉਹ ਐਸਾ ਮਨੁੱਖ ਕਹਿੰਦੇ ਬਸ ਸੁਰਗ 'ਚ ਹੀ ਰਹਿੰਦਾ ਹੈ, ਇੱਥੇ ਮੌਜਾਂ ਹੀ ਲੁੱਟਦਾ ਹੈ। ਵੇ ਉੱਪਰੋਂ ਵਾਰਸ ਹੈ ਵੀ ਜਿਹਨੇ ਤ੍ਰਿਸ਼ਨਾ ਨੂੰ ਬਸ ਕਰ ਲਿਆ, ਉਹ ਸਵਰਗ ਵਿੱਚ ਇੱਥੇ ਰਹਿ ਰਿਹਾ ਹੈ। ਨਰਕ ਹੈ, ਇਹ ਜਿਉਂਦਾ ਜਾਗਦਾ ਹੀ ਨਰਕਾਂ ਵਿੱਚ ਰਹਿੰਦਾ ਹੋਵੇ। ਇੱਕ ਤਾਂ ਨਾ ਮਰ ਕੇ 18 ਤਰ੍ਹਾਂ ਦੇ ਨਰਕਾਂ ਵਿੱਚ ਪੈਂਦਾ, ਕੋਈ ਕੁੰਭੀ ਨਰ ਵਿੱਚ, ਕੋਈ ਸੂਚੀ ਮੁਖ ਜਿਹਦਾ ਸੂਈ ਵਰਗਾ ਨੱਕੇ ਜਿੰਨਾ ਮੂੰਹ ਹੈ, ਤੇ ਉਹਦੇ ਵਿੱਚ ਜਾ ਕੇ ਡਿੱਗਦਾ। ਇੱਕ ਇੱਥੇ ਜਿਉਂਦਾ ਜਾਦ ਗਈ ਕਹਿੰਦੇ ਨਰਕ ਵਿੱਚ ਰਹਿੰਦਾ ਹੈ। ਉਹ ਕਹਿੰਦੇ ਨਰਕ ਦੇਹ ਅਭਿਮਾਨ, ਜਿਹਨੂੰ ਆਪਣਾ ਦੇਹ ਦਾ ਅਭਿਮਾਨ ਹੋਇਆ ਪਿਆ ਨਾ, ਬਸ ਕਹਿੰਦੇ ਜਿਹੜਾ ਦੇਹ ਅਭਿਮਾਨੀ ਪੁਰਸ਼ ਹੈ ਉਹ ਨਰਕ ਵਿੱਚ ਹੀ ਰਹਿ ਗਿਆ। ਕਿਉਂਕਿ ਜਿਹੜਾ ਸੁਣੇ ਟੱਪਰੇ ਸੁਣੇ ਜੁੱਤੇ ਖੁਦਾ ਬਣਦਾ, ਆਪਣੇ ਆਪ ਨੂੰ ਕਹਿੰਦਾ ਬਸ ਮੈਂ ਹੀ ਸਭ ਕੁਝ, ਜਿਵੇਂ ਕਾਨਾ ਕਹਿੰਦਾ ਸੀ ਉਹ ਹੀਰੇ ਮੈਂ ਉਹ ਹੀਰੇ, ਜਾ ਕੋ ਵੇਦ ਪ੍ਰਾਨ ਸਭ ਖੋਜੈ। ਗੁਰੂ ਅਰਜਨ ਦੇਵ ਜੀ ਕਹਿੰਦੇ ਪਹਿਲਾਂ ਹੀ ਇੱਥੇ ਬੜੇ ਰੱਬ ਬਣੇ ਬੈਠੇ ਹੈ ਕੱਪੜੇ। ਇਹ ਗੁਰੂ ਨਾਨਕ ਦੇ ਸਿਧਾਂਤ ਅਨੁਸਾਰ ਤੇਰੀ ਬਾਣੀ ਨਹੀਂ ਹੈ। ਗੁਰੂ ਨਾਨਕ ਸਾਹਿਬ ਤਾਂ ਕਹਿੰਦੇ ਨੀਚਾਂ ਅੰਦਰ ਨੀਚ ਜਾਤ ਨੀਚੀ ਹੂੰ ਅਤ ਦੀਚ, ਤੇ ਤੂੰ ਕਹਿੰਦਾ ਮੈਂ ਉਹੀ ਹੈ। ਇਸ ਕਰਕੇ ਬਾਣੀ ਨਹੀਂ ਛੱਡਦੀ। ਉਹ ਦੇਹ ਮਾਨੀ ਸੀ, ਕਹਿੰਦਾ ਤੁਸੀਂ ਮੇਰਾ ਅਪਮਾਨ ਕੀਤਾ, ਮੇਰੀ ਬਾਣੀ ਨਹੀਂ ਚਲਾਉਂਦੇ। ਇਸ ਕਰਕੇ ਕਹਿੰਦੇ ਤੁਹਾਡੇ ਨਾਲ ਆਹ ਹੋ, ਤੁਹਾਡੇ ਨਾਲ ਉਹ ਹੋਊਗਾ। ਮਹਾਰਾਜ ਕਹਿੰਦੇ ਅਸੀਂ ਤਾਂ ਆਪਣੇ ਸਰੀਰ 'ਤੇ ਸਾਰਾ ਕੁਛ ਭੋਗਣਾ ਵਰਤਾਉਣਾ ਹੀ ਹੈ। ਜੇ ਸਾਰਾ ਤੂੰ ਜਾਣ ਲਿਆ ਫਿਰ ਕੀ ਹੋ ਗਿਆ? ਤੈਨੂੰ ਆਪਣਾ ਪਤਾ ਵੀ ਤੂੰ ਕਿਵੇਂ ਮਰਨਾ ਹੈ, ਤੇਰੇ ਨਾਲ ਕਿਵੇਂ ਹੋਣੀ ਹੈ। ਕਹਿੰਦਾ ਮੇਰੇ ਨਾਲ ਕਿਵੇਂ ਹੋਊਗੀ? ਮਹਾਰਾਜ ਕਹਿੰਦੇ ਵੀ ਤੂੰ ਲਾਹੌਰ ਨਹੀਂ ਚੱਲ ਸਕਦਾ, ਰਾਹ 'ਚ ਹੀ ਤੇਰਾ ਫਾਹਾ ਵੱਢਿਆ ਜਾਣਾ, ਰਾਹ 'ਚ ਹੀ ਰਹਿ ਜਾਣਾ। ਤੇ ਅਮਾਨੀ ਸੀ, ਕਹਿੰਦਾ ਮੈਂ ਪੁਰਾਣਾ ਜਾਮ ਕਰ ਲੈਣਾ, ਯੋਗ ਸਾਧਨ ਕਰ ਲੈਣਾ, 10ਵੇਂ ਦੁਆਰ ਵਿੱਚ ਪ੍ਰਾਣ ਚੜਾ ਲੈਣਾ। ਮੈਂ ਜਦੋਂ ਇੱਥੋਂ ਚੱਲਿਆ ਰਸਤੇ ਵਿੱਚ ਬੈਠ ਕੇ 10ਵੇਂ ਦੁਆਰ ਵਿੱਚ ਪ੍ਰਾਣ ਚੜਾ ਲੂੰਗਾ, ਉੱਥੇ ਮੌਤ ਕਿਵੇਂ ਆਊ? ਮੈਂ ਨਹੀਂ ਮਰੂੰਗਾ, ਤੁਹਾਡਾ ਵਚਨ ਝੂਠਾ ਹੋ ਜਾਊ। ਮਹਾਰਾਜ ਦੇ ਅਮਾਨੀ ਨੂੰ ਕਹਿਣ ਲੱਗੇ ਲੈ ਸੁਣ ਲਿਆ ਕਾਨਿਆ, ਕਹਿੰਦੇ ਪਹਿਲਾਂ ਤੇਰਾ ਜਿਹੜਾ 10ਵਾਂ ਦੁਆਰ ਨਾ ਇਹੀ ਫੁੱਟੂਗਾ। ਜੇ 10ਵਾਂ ਦੁਆਰ ਹੀ ਫੁੱਟ ਗਿਆ, ਸਿਰ ਹੀ ਛੁੱਟ ਗਿਆ, ਤੇ ਫਿਰ ਰਹੇਗਾ ਤੂੰ ਕਿੱਥੇ? ਉਹ ਗੱਲ ਉਹੀ ਹੋਈ ਸੀ ਦੇ ਅਮਾਨੀ ਨਾਲ। ਰਥ ਵਿੱਚ ਚੜ ਗਿਆ, ਰਾਜਾ ਸਾਧਨ ਦੁਆਰਾ ਸਵਾਸ ਦੇ ਚੜਾ ਲਏ 10ਵੇਂ ਦੁਆਰ ਵਿੱਚ। ਜਿਹੜਾ ਰਸਵਾਹੀ ਸੀ ਉਹ ਚਲਾ ਰਿਹਾ ਰਥ ਨੂੰ। ਰੱਬ ਦੀ ਨੇਤ ਹਨੇਰੀ ਜੀ ਐਸੀ ਆ ਗਈ ਤੇਜ਼, ਮਿੱਟੀ ਘੱਟਾ ਜਿਹਾ ਜ਼ਿਆਦਾ ਉੱਠ ਖੜਿਆ, ਤੇ ਜਿਹੜੇ ਉਹ ਰਥ ਨਾਲ ਜੋੜੇ ਸੀ ਬੈਲ, ਉਹਨਾਂ ਦੇ ਅੱਖਾਂ ਵਿੱਚ ਮਿੱਟੀ ਘੱਟਾ ਜਿਹਾ ਪੈ ਗਿਆ। ਉਹ ਰਸਤੇ ਤੋਂ ਇੱਧਰ ਉੱਧਰ ਹੋ ਗਏ। ਔਰ ਇੱਧਰ ਉੱਧਰ ਹੋਏ ਕਿ ਰਥ ਉਲਟ ਗਿਆ, ਤੇ ਵਿੱਚ ਬੈਠਾ ਸੀ ਸਮਾਧੀ ਲਾਈ 10ਵੇਂ ਦੁਆਰ ਵਿੱਚ। ਰਥ ਉਲਟਣ ਦੇ ਨਾਲ ਇਹ ਵੀ ਉਲਟ ਗਿਆ। ਉਲਟਿਆਂ ਸਾਰੀ ਜਿਹੜਾ ਰਥ ਦਾ ਪਹੀਆ ਜਿਹਾ ਸੀ ਇਹਦੇ ਸਿਰ ਦੇ ਉੱਪਰ ਦੀ ਕਹਿੰਦੇ ਉਹ ਚੱਲ ਗਿਆ। ਬਸ ਫਿਰ ਕਾਨੇ ਹੁਣੇ ਦੀ ਵਿੱਚ ਜੀ ਨੌਕਰੀ ਦੇ ਅੰਬਾਨੀ ਦੀ ਮਰ ਗਿਆ ਉੱਥੇ। ਬਾਅਦ ਵਿੱਚ ਕਿਤੇ ਜਾ ਕੇ ਪਤਾ ਜਿਹਾ ਲੱਗਿਆ, ਜਦੋਂ ਹਨੇਰੀ ਜੀ ਹਟੀ ਵੀ ਕਾਨਾ ਕਿੱਥੇ ਦੀਂਦਾ ਨਹੀਂ ਵਿੱਚ। ਰਸਵਾਹੀ ਰਸ ਜਿਹਾ ਮੋੜ ਕੇ ਲਿਆਇਆ ਤੇ ਵਿਚਾਰੇ ਦਾ ਭੋਗ ਪਿਆ ਹੋਇਆ। ਹਿਆਤ ਖਾਨ ਦਾ ਉਹ ਕਿਰਪਾਲ ਦਾਸ ਨੇ ਮਾਰ ਕੇ ਸੁੱਟਾ ਜਾਂ ਮਿੱਝ ਕੱਟਦੀ ਸੀ, ਸਿਰ ਭੰਨਤਾ ਸੀ। ਇਸ ਤਰ੍ਹਾਂ ਇਹਦਾ ਹੋਇਆ ਸੀ ਫਲ। ਇਸ ਕਰਕੇ ਕਹਿੰਦੇ ਜਿਹੜਾ ਮਾਨੀ ਪੁਰਸ਼ ਹੈ ਉਹ ਸਮਝ ਲਓ ਕਹਿੰਦੇ ਨਰਕ ਵਿੱਚ ਹੀ ਰਹਿ ਰਿਹਾ, ਉਹ ਦੁਖੀ ਹੀ ਹੁੰਦਾ। ਦੇ ਅਮਾਨੀ ਨਰਕਾਂ ਵਿੱਚ ਪੈ ਕੇ ਦੁਖੀ ਹੀ ਹੁੰਦਾ ਹੈ। ਅਮਾਨੀ ਪੁਰਸ਼ ਵੀ ਮਾਨੋ ਦੁਖੀ ਹੋਣ ਕਰਕੇ ਨਰਕ ਵਿੱਚ ਹੀ ਰਹਿ ਰਿਹਾ ਹੈ। ਕੋ ਸੁਗੜਾ ਕੋ ਮੂఢਤਾ। ਹੁਣ ਅੱਗੇ ਪ੍ਰਸ਼ਨ ਹੈ ਵੀ ਕਿਹੜਾ ਸੁਗੜ ਹੈ, ਸਿਆਣਾ ਮਨੁੱਖ ਕਿਹੜਾ ਹੈ ਜਿਹਨੇ ਆਪਣੇ ਮਨ ਨੂੰ ਘੜ ਲਿਆ, ਸਵਾਰ ਲਿਆ ਹੈ। ਤਾਂ ਦੱਸਦੇ ਨਾਰੀ ਨੈਣ ਕਟਾਸ ਬਸ ਹੋਇਆ ਨਾ ਸੁਗੜਾ ਜਾਨ।
ਤਰੀਮ ਦੇ ਜਿਹੜੇ ਨੇਤਰਾਂ ਦੇ ਕਟਾਕਸ਼ ਹਨ, ਇਸ਼ਾਰੇ ਹਾਵ ਭਾਵ ਹੈ, ਉਹਨਾਂ ਦੇ ਜਿਹੜਾ ਮਨੁੱਖਾਂ ਦੇ ਵਸ ਨਹੀਂ ਹੁੰਦਾ ਹੈ, ਪ੍ਰਭਾਵਿਤ ਨਹੀਂ ਹੁੰਦਾ ਹੈ। ਕਹਿੰਦੇ ਉਸ ਨੂੰ ਤੁਸੀਂ ਸੁਗੜਾ ਜਾਣ ਲਓ, ਉਹ ਸਿਆਣਾ ਪੁਰਸ਼ ਸਮਝ ਲਓ। ਕੋ ਮੂੜਤਾ ਕੋ ਮੂੜਤਾ, ਕਹਿੰਦੇ ਜਿਹੜਾ ਇਹ ਤੋਂ ਉਲਟ ਹੋਵੇ, ਤਰੀਮਤ ਦੇ ਹਾਵ ਭਾਵਾਂ ਦੇ ਕਹਿੰਦੇ ਵਸ ਹੋ ਜਾਏ, ਲਟੂ ਹੋ ਜਾਏ, ਉਹਨੂੰ ਕਹਿੰਦੇ ਮੂਰਖ। ਚਲੋ ਮੂੜ ਸਮਝ ਲਓ। ਕਹਾ ਤਰਕ ਅਵਤਰਕ, ਇਸੇ ਤਰ੍ਹਾਂ ਤਰਕ ਕੀ ਹੈ, ਵਿਚਾਰ ਕੀ ਹੈ, ਵਿਚਾਰ ਕੀ ਹੈ, ਬੇਵਿਚਾਰ ਕੀ ਹੈ, ਅੱਗੇ ਦੱਸਦੇ ਹਨ। ਕਹਾ ਤਰਕ ਅਵਤਰਕ, ਤਰਕ ਕੀ ਹੈ, ਕਹਿੰਦੇ ਤਰਕ ਸੱਚ ਪ੍ਰਤੀਤ, ਇਹੀ ਸ੍ਰੇਸ਼ਟ ਵਿਚਾਰ ਹੈ ਜਿਹੜਾ ਸੱਚ ਉੱਪਰ ਯਕੀਨ ਕਰਨਾ ਹੈ, ਵੀ ਸੱਚ ਸਰੂਪ ਤੋਂ ਬਗੈਰ ਬਾਕੀ ਸਭ ਕੁਝ ਨਾਸਵੰਤ ਹੈ, ਮਿਥਿਅਤ ਹੈ। ਇੱਕ ਜਿਹੜਾ ਸੱਚ ਸਰੂਪ ਹੈ ਸਦਾ ਸਥਿਰ ਰਹਿਣ ਵਾਲਾ ਹੈ, ਉਹ ਜਿਹੜਾ ਸੱਚ ਸਰੂਪ ਹੈ ਉਹੀ ਵਿਆਪਕ ਸਰੂਪ ਹੈ, ਉਹੀ ਕੁਟਸ, ਉਹੀ ਸਾਖੀ ਰੂਪ, ਉਹੀ ਚੇਤਨ ਸਰੂਪ। ਇਸ ਤਰ੍ਹਾਂ ਕਹਿੰਦੇ ਜਿਹੜਾ ਉਹ ਸੱਚ ਸਰੂਪ ਤੇ ਯਕੀਨ ਕਰਨਾ ਨਾ ਵੀ ਉਹ ਐਸਾ ਹੈ, ਇਹ ਕਹਿੰਦੇ ਅਸਲੀ ਤਰਕ ਹੈ, ਇਹੀ ਅਸਲੀ ਵਿਚਾਰ ਹੈ, ਸ੍ਰੇਸ਼ਟ ਵਿਚਾਰ ਹੈ, ਸ੍ਰੇਸ਼ਟ ਖਿਆਲ ਹੈ। ਅਵਤਰਕ, ਤਰਕ ਕੀ ਹੈ, ਬੇਵਿਚਾਰ ਕੀ ਹੈ, ਕਹਿੰਦੇ ਉਹ ਹੈ ਅਵਤਰੇਕ, ਜਿਹੜਾ ਇਹ ਤੋਂ ਉਲਟ ਹੋਣਾ ਹੈ। ਇਹੀ ਕਹਿੰਦੇ ਆਵਰੀਤ, ਇਹ ਤੋਂ ਉਲਟ ਹੋਣਾ ਹੀ ਸਮਝ ਲਓ ਆ ਵਿਚਾਰ ਹੈ, ਬੇਵਿਚਾਰ ਹੈ। ਦੋਹਰਾ ਕੋ ਨਿੰਦਾ ਜਸ ਹੈ ਕਵਨ, ਅੱਗੇ ਤੀਜੇ ਦੋਹਰੇ ਦੇ ਵਿੱਚ ਵੀ ਨਿੰਦਾ ਕੀ ਹੈ ਤੇ ਜਸ ਕੀ ਹੈ, ਜਸ ਕਿਆ ਹੈ ਤੇ ਨਿੰਦਾ ਕਿਆ ਹੈ। ਤੇ ਇਹ ਅੱਗੇ ਦੱਸਦੇ ਹੈ ਗੁਰਮਤਿ ਅਨੁਸਾਰ ਨਸਨੋ ਪਰ ਉਪਕਾਰ ਤੇ ਨਿੰਦਾ ਇਹ ਹੈ ਸੁਜਾਨ, ਵੀ ਜਿਹੜੇ ਚੰਗੇ ਪਰਉਪਕਾਰ ਕਰਨ ਵਾਲੇ ਕੰਮ ਹੈ ਉਹਨਾਂ ਤੋਂ ਦੌੜਨਾ, ਪੁੱਠੇ ਪਾਸੇ ਨੂੰ ਮਰਨਾ ਤੇ ਚੰਗੇ ਪਾਸੇ ਵੱਲੋਂ ਦੌੜਨਾ, ਭੱਜਣਾ, ਨੱਕ ਜਾ ਵੱਢਣਾ, ਕਹਿੰਦੇ ਇਹ ਹੈ ਸਭ ਤੋਂ ਭੈੜੀ ਨਿੰਦਾ। ਹੋਰ ਤਾਂ ਚਲੋ ਕੋਈ ਮਾੜਾ ਮੋਟਾ ਕਰਿਆ ਉਹਦੇ ਸੰਬੰਧ ਵਿੱਚ ਕੋਈ ਚੰਗਾ ਮੰਦਾ ਉਹਨੂੰ ਕਹਿ ਦੂ, ਜਿੰਨਾ ਚਿਰ ਕਹਿੰਦਾ ਉਨਾ ਚਿਰ ਹੋਊਗਾ, ਬਾਅਦ ਵਿੱਚ ਅਸਰ ਖਤਮ। ਇਹਦਾ ਅਸਰ ਤਾਂ ਨਹੀਂ ਨਾ ਖਤਮ ਹੁੰਦਾ ਹੈ, ਇਹ ਤਾਂ 84 ਲੱਖ ਜੂਨੀ ਤੱਕ ਇਹਦਾ ਅਸਰ ਮਾੜਾ ਰਹਿੰਦਾ ਹੈ। ਜਿਹੜਾ ਮਨੁੱਖ ਪਰਉਪਕਾਰ ਵੱਲੋਂ ਦੌੜਦਾ ਹੈ, ਇੱਧਰੋਂ ਮੂੰਹ ਜਾ ਵੱਢਦਾ ਵੀ ਤੇ ਮਾੜੇ ਪਾਸੇ ਨੂੰ ਭੱਜ ਜਾਂਦਾ ਹੈ, ਇਹ ਕਹਿੰਦੇ ਸਭ ਤੋਂ ਮਾੜੀ ਨਿੰਦਾ ਹੈ, ਮਾੜੀ ਹੈ ਬਦਨਾਮੀ। ਨਸਨਾ ਪਰਉਪਕਾਰ ਤੇ ਨਿੰਦਾ ਇਹ ਹੈ ਸੁਜਾਨ, ਇਹਨੂੰ ਕਹਿੰਦੇ ਨਿੰਦਿਆ ਦਾ ਰੂਪ ਜਾਣ ਲੋ, ਇਹ ਬਦਨਾਮੀ ਦਾ ਸਰੂਪ ਜਾਣ ਲੋ। ਜਸ ਹੈ ਕਵਨ, ਇਹ ਕਹਿੰਦੇ ਪਰਉਪਕਾਰ ਮਾਹਨ, ਜਸ ਕੋ ਸੋਈ ਵਿਧਾਨ। ਜਿਹੜਾ ਪਰਉਪਕਾਰ ਲਈ ਹਮੇਸ਼ਾ ਉਤਸ਼ਾਹਤ ਰਹਿਣਾ, ਤਿਆਰ ਪਰ ਤਿਆਰ ਰਹਿਣਾ, ਸਤਰਕ ਰਹਿਣਾ, ਇਹ ਕਹਿੰਦੇ ਅਸਲੀ ਜਸ ਹੈ। ਜਿਹੜਾ ਹਮੇਸ਼ਾ ਪਰਉਪਕਾਰ ਕਰਨ ਵਾਸਤੇ ਤਿਆਰ ਪਰ ਤਿਆਰ ਰਹਿਣਾ, ਇਹ ਅਸਲੀ ਜਸ ਹੈ, ਇਹ ਅਸਲੀ ਸਿਵ ਸੁਦਾਗਾ ਵਡਿਆਈ ਹੈ। ਜਸੋਈ ਜਸ ਕੋ ਸੋਈ ਵਿਧਾਨ, ਇਹ ਕਹਿੰਦੇ ਜਸ ਦਾ ਅਸਲੀ ਵਿਧਾਨ ਹੈ, ਢੰਗ ਤਰੀਕਾ ਹੈ ਪ੍ਰਾਪਤ ਕਰਨ ਦਾ। ਕਵਨ ਪਾਪ ਕਹਿ ਧਰਮ, ਹੁਣ ਅੱਗੇ ਪਾਪ ਕੀ ਹੈ, ਨਾ ਬ੍ਰਹਮਣ ਕੈਲੀ ਘਾਤ ਕੰਜਕ ਅਣਚਾਰੀ ਕਾ ਦਾਨ, ਫਿਰਕ ਫਿਰਕਾ ਕੋੜ ਵਧੀਆ ਸਦਾ ਸਦਾ ਅਮਾਨ ਪਾਹੇ, ਏਤੇ ਜਾਹੇ ਬੀਸਰ ਨਾਨਕਾ ਇੱਕ ਨਾਮ। ਕਿਸੇ ਬ੍ਰਹਮ ਗਿਆਨੀ ਨੂੰ ਮਾਰਨਾ ਇਹ ਵੀ ਬੱਜਰ ਪਾਪ ਹੈ। ਕੈਲੀ ਜਿਹੜੀ ਕੋਈ ਕਪਲਾ ਗਊ ਹੈ, ਡਬਖੜ ਬੀਜੀ ਗਊ ਹੈ, ਉਹਨੂੰ ਮਾਰਨਾ ਇਹਨੂੰ ਵੀ ਕਹਿੰਦੇ ਬੱਜਰ ਪਾਪ ਕਿਹਾ ਹੈ। ਤਾਂ ਆਮ ਜਿਹੜੀ ਗਊ ਨੂੰ ਮਾਰਨਾ ਵੀ ਪਾਪ ਹੈ, ਤੇ ਧਾਰਮਿਕ ਪੁਸਤਕਾਂ ਵਿੱਚ ਜਿਹੜੀ ਇਹ ਕਪਲਾ ਗਊ ਹੈ
ਇਹਨੂੰ ਮਾਰਨ ਦਾ ਜ਼ਿਆਦਾ ਵੱਡਾ ਪਾਪ ਲਿਖਿਆ ਹੈ। ਤੇ ਕੰਜਕਾ ਜਿਹੜੀ ਕੋਈ ਲੜਕੀ ਹੈ, ਇਹਨੂੰ ਜਿਹੜਾ ਬਿਨਾਂ ਕਸੂਰ ਤੋਂ ਮਾਰ ਦੇਣਾ, ਜਿਵੇਂ ਅੱਜ ਕੱਲ੍ਹ ਆਹ ਪੇਟ ਪੂਟ 'ਚ ਹੀ ਭਰੂਣ ਹੱਤਿਆ ਕਰੀ ਜਾਂਦੇ ਹੈ, ਇਹ ਬੱਜਰ ਪਾਪ ਹੈ, ਵੱਡਾ ਪਾਪ ਹੈ ਲੜਕੀ ਦਾ ਮਾਰਨਾ ਬਿਨਾਂ ਕਸੂਰ ਤੋਂ। ਤੇ ਚੌਥਾ ਅਣਚਾਰੀ ਕਾ ਤਾਨ, ਜਿਹਦਾ ਕੋਈ ਗੁਰੂ ਪੀਰ ਹੈ ਨਹੀਂ, ਜਿਹਦਾ ਜਿਹੜਾ ਆਚਾਰ ਵਿਹਾਰ ਚੰਗਾ ਨਹੀਂ ਹੈ, ਠੱਗੀ ਧੋਖੇ ਦੀ ਕਮਾਈ ਹੈ, ਉਹਦੇ ਘਰ ਦਾ ਖਾ ਲੈਣਾ, ਬੇਧਰਮੀ ਦਾ, ਗੁਨਾਹੀ ਦਾ। ਇਹ ਵੀ ਕਹਿੰਦੇ ਬਹੁਤ ਵੱਡਾ ਵੱਡਾ ਪਾਪ ਹੀ ਕਰਨਾ, ਬੱਜਰ ਪਾਪ ਹੀ ਕਰ ਲੈਣਾ ਹੈ। ਪਾਪ ਵੀ ਮਲਕ ਭਾਗੋ ਵਰਗੇ ਦੇ ਘਰ ਦਾ ਜਾ ਕੇ ਖਾ ਲੈਣਾ, ਹੋਏ ਵੱਡਾ ਬੱਜਰ ਪਾਪ ਹੈ। ਹੁਣ ਇੱਥੇ ਹੈ ਉਹ ਕਵਨ ਪਾਪ, ਵੀ ਕਿਹੜਾ ਇਹ ਪਾਪ ਹੈ? ਉਹਦਾ ਉੱਤਰ, ਜੋ ਪ੍ਰਮਾਦ ਹਰ ਭਜਨ ਤੇ ਸੋਈ ਪਾਪ ਕਰਾਏ। ਜਿਹੜਾ ਪਰਮੇਸ਼ਰ ਦੇ ਭਜਨ ਵੱਲੋਂ ਕਰਨ ਵੱਲੋਂ ਕਹਿੰਦੇ ਆਲਸ ਕਰਦਾ, ਉਹ ਮਨੁੱਖ ਸਮਝ ਲਓ ਪਾਪ ਹੀ ਕਰ ਰਿਹਾ ਹੈ। ਜਿਹੜਾ ਕੋਈ ਆਲਸ ਲਿੱਦਰ ਕਰ ਰਿਹਾ ਨਾ ਭਜਨ ਵੱਲੋਂ, ਇਹ ਵੱਡਾ ਪਾਪ ਕਰ ਰਿਹਾ। ਦੂਜੇ ਦਾ ਤਾਂ ਚਲੋ ਕੋਈ ਪੁੰਨ ਪੁੰਨ ਕਰਕੇ ਖਹਿੜਾ ਛੱਡ ਜੂ, ਜਿਹੜਾ ਪਰਮੇਸ਼ਰ ਦੇ ਭਜਨ ਵੱਲੋਂ ਹੀ ਆਲਸ ਲਿੱਦਰ ਕਰ ਰਿਹਾ, ਸਭ ਤੋਂ ਵੱਡਾ ਬੱਜਰ ਪਾਪ ਕਰ ਰਿਹਾ। ਇਹਦੇ ਤੁਲ ਵਰਗਾ ਹੋਰ ਕੋਈ ਵੱਡਾ ਪਾਪ ਨਹੀਂ ਹੈ। ਕਹਿੰਦੇ ਉਹ ਮਹਾਨ ਪਾਪ ਕਰ ਰਿਹਾ, ਪਾਪੀ ਹੋ ਰਿਹਾ, ਜਿਹੜਾ ਭਜਨ ਕਰਨ ਤੋਂ ਆਲਸ ਲਿੱਦਰ ਕਰਤਾ ਹੈ। ਕਹਿ ਧਰਮ, ਧਰਮ ਕੀ ਹੈ? ਸਦਾ ਸਿਮਰਨ ਗੋਬਿੰਦ ਨੂੰ, ਹਮੇਸ਼ਾ ਗੋਬਿੰਦ ਦਾ ਸਿਮਰਨ ਕਰਦੇ ਰਹਿਣਾ। ਇਹਦੇ ਸਮਾਨ ਕਹਿੰਦੇ ਹੋਰ ਵੱਡਾ ਕੋਈ ਧਰਮ ਨਹੀਂ ਹੈ, ਪੁੰਨ ਨਹੀਂ ਹੈ। ਕਵਨ ਜੋਗ ਕੋ ਭੋਗ ਹੈ। ਅੱਗੇ ਹੁਣ ਕਹਿੰਦੇ ਜੋਗ ਕੀ ਹੈ? ਇਹ ਉਹ ਕਵਨ ਜੋਗ ਕੋ ਭੋਗ ਹੈ। ਭੋਗ ਭਜਨ ਕੀ ਸਵਾਦਤਾ, ਕਵਨ ਜੋਗ ਕੋ ਭੋਗ ਹੈ। ਹਾਂ, ਇਸ ਤਰ੍ਹਾਂ ਭਗਤੀ ਯੋਗ ਜਿਹੜਾ ਹੈ, ਜਾਂ ਜਿਹੜਾ ਕੋਈ ਜਮ ਆਦਿਕ ਨੇਮ ਆਦਿਕ ਦੁਆਰਾ ਪੁਰਾਣਾ ਜਾਮ ਕਰਨਾ, 8 ਤਰ੍ਹਾਂ ਦੇ ਸਾਧਨ ਦੁਆਰਾ ਕਹਿੰਦੇ ਜੁੜਨਾ, ਉਹਦੇ ਵਿੱਚ ਜਮ ਨੇਮ ਸਾਧਨ ਦੁਆਰਾ ਜੁੜਨਾ, ਉਹਦੇ ਵਿੱਚ ਇਹ ਵੀ ਯੋਗ ਹੈ। ਜਾਂ ਭਗਤੀ ਦੁਆਰਾ ਪਰਮੇਸ਼ਰ ਵਿੱਚ ਜੁੜਨਾ, ਇਹ ਵੀ ਅਸਲੀ ਯੋਗ ਹੈ। ਕੋ ਭੋਗ ਹੈ। ਤੇ ਭੋਗ ਕਹਿ ਵੀ ਜਿਹੜਾ ਭਜਨ ਦਾ ਸਵਾਦ ਲੈਣਾ, ਪਰਮੇਸ਼ਰ ਦੇ ਭਜਨ ਦਾ ਸਵਾਦ ਲੈਣਾ, ਇਹ ਅਸਲੀ ਕਹਿੰਦੇ ਭੋਗ ਹੈ। ਬਾਕੀ ਤਾਂ ਪਸ਼ੂ ਡੰਗਰ ਵੀ ਸਾਰੇ ਭੋਗ ਭੋਗੀ ਹੀ ਜਾਂਦੇ ਹਨ। ਭਜਨ ਦਾ ਆਨੰਦ ਲੈਣਾ ਅਸਲੀ ਭੋਗ ਹੈ, ਭੋਗਣਾ ਹੈ। ਕਵਨ ਕਰਮ ਅਪਕਰਮ, ਕਮਨ ਕਰਮ ਹਿਤ ਕਰਮ, ਕਹਿੰਦੇ ਹਰ ਹਿਤ ਬਿਰਤ ਸੋ ਮਲਹਾਨ। ਪਰਮੇਸ਼ਰ ਦੇ ਵਾਸਤੇ ਜਿਹੜਾ ਕੋਈ ਕਿਰਿਆ ਕਰਨੀ, ਇਹ ਸੋ ਕਰਮ ਹੈ, ਸ੍ਰੇਸ਼ਟ ਕਰਮ ਹੈ। ਇਹ ਵੀ ਕਹਿੰਦੇ ਸ੍ਰੇਸ਼ਟ ਕਰਮ ਹੈ ਜਿਹੜਾ ਕਹਿੰਦੇ ਬਿਰਤ ਮਲਹਾਨ। ਬਿਰਤ ਨੂੰ ਉਪਜੀਵਕਾ ਦਾ ਆਪਣਾ ਜਿਹੜਾ ਗੁਜ਼ਾਰਾ, ਉਹ ਮਲਹਾਨ, ਜਿਹਦੇ ਵਿੱਚ ਮੈਲ ਨਹੀਂ ਹੈ, ਜਿਸ ਕਿਰਤ ਵਿੱਚ ਕੋਈ ਮੈਲਾ ਨਹੀਂ ਹੈ, ਕੋਈ ਠੱਗੀ ਬੱਗੀ ਨਹੀਂ, ਧੋਖਾ ਨਹੀਂ ਹੈ, ਕਿਸੇ ਦਾ ਹੱਕ ਨਹੀਂ ਮਾਰਿਆ ਜਾਂਦਾ ਹੈ। ਯਾਨੀ ਹੱਕ ਸੱਚ ਦੀ ਕਮਾਈ ਕਰਕੇ ਜਿਹੜਾ ਕੋਈ ਖਾਣਾ ਹੈ, ਇਹ ਵੀ ਸ੍ਰੇਸ਼ਟ ਕਰਮ ਹੈਗਾ ਹੈ। ਅਪਕਰਮ, ਹਾਂ, ਔਰ ਕਰਮ ਅਪਖਾਨੀ ਹੈ। ਹੋਰ ਜਿੰਨੇ ਕਹਿੰਦੇ ਖੋਟੇ ਕਰਮ ਹੈ, ਖੋਟੇ ਕੰਮ ਹੈ, ਉਹਨਾਂ ਦਾ ਨਾਂ ਵੀ ਕਹਿੰਦੇ ਕੁਕਰਮ ਕਿਹਾ ਜਾਂਦਾ, ਅਪਕਰਮ ਕਿਹਾ ਜਾਂਦਾ ਹੈ। ਦੁਖਦਾਇਕ ਸਭ ਜਾਨ, ਉਹ ਜਿਹੜੇ ਕਹਿੰਦੇ ਇਹ ਤੋਂ ਬਗੈਰ ਖੋਟੇ ਕਰਮ ਕਰਨੇ, ਇਹ ਅਪਕਰਮ ਹੈ। ਇਹ ਹਮੇਸ਼ਾ ਮਨੁੱਖ ਨੂੰ ਕਹਿੰਦੇ ਦੁੱਖ ਦੇਣ ਵਾਲੇ ਹੈ। ਅਪਕਰਮ, ਭੈੜੇ ਕਰਮ,
कि जान लो समझ लो। दोहरा कहो सो सम का सो कहे। हुण अगे फिर प्रश्न कहो सो सम का सो कहे। दसो जी जिहड़ा सम साधन वो किस नूं कहा जाता है? तो उत्तर है सत सब को भेखन अथवा चित निरोध। इस सारिਆਂ ਦੇ ਵਿੱਚ ਇੱਕ ਸਮਾਨ ਸਤ ਸਰੂਪ ਨੂੰ ਤੱਕਣਾ। ਇਹ ਸਾਰਿਆਂ ਵਿੱਚੋਂ ਸੱਚ ਸਰੂਪ ਹੀ ਨਿਵਾਸ ਕਰ ਰਿਹਾ ਇੱਕੋ ਜਿਹਾ। ਮੇਰੇ ਵਿੱਚ ਵੀ ਉਹੀ ਬੈਠਾ ਹੈ ਪਰਮੇਸ਼ਰ ਸਤ ਸਰੂਪ। ਬਾਕੀ ਕੀੜੀ ਤੋਂ ਲੈ ਕੇ ਹਾਥੀ ਪ੍ਰਚੰਡ ਸਭ ਦੇ ਵਿੱਚ ਇੱਕੋ ਜਿਹਾ ਉਹੀ ਬੈਠਾ ਹੈ। ਐਸਾ ਤੱਕਣਾ ਸਭ ਦੇ ਵਿੱਚ ਉਹੀ ਬੈਠਾ ਹੈ। ਅਸਵਾ ਜਿਹੜਾ चित की बिरती नूं रोक के रखना है माड़े पासे तो। इहदा नाम भी सम है। दम को कहा कहन। इसे तरह दम को कहा कहन। जिहड़ा ये जिहड़ी कोई धुंधबाद है, ये जिहड़ी द्वैत भाव है, दो तरह का अपना ही प्रतीत होना, ये तो रहत होना। इसे तरह हर जग को अविरोध। संसार दे बैर विरोध तो परे रहना। ना को बैरी नहीं बगाना सगल संग हमको बनियाई वाली अवस्था विच जाना। इसे दा नाम कहंदे ओ दम है। दम इंद्रन को बस करना। इंद्रिया नूं बस के विच करना है। को सूरा दाता कवन। अर्थ है सूरा मन मत जीत। जिन्हें काम वासना नूं जित लिया, ये काम दा फुरना नहीं ना होण दिंदा। वो असली कहंदे दुनिया विच सूरबीर बहादुर है। दाता कवन। दाता कौन है? दाता जो उपदेश ही परमार्थ पथ नीत। जिहड़ा परमार्थ दा रस्ते दा कहंदे हमेशा उपदेश दिंदा है। यानी परमेश्वर दे प्राप्ति दा रस्ता जिहड़ा दसदा उहदा उपदेश दिंदा है, वो असली दाता है। जिहड़ा इहो जिहा उपदेश दिंदा है परमार्थ दा, परमेश्वर दी प्राप्ति दा। बाकी तो जिहड़े कोई दाते, कोई अन्न दा दाता है, कोई रुपइयां दा, होर भी विद्या दा दाता भी होऊगा। पर असल जिहड़ा परमेश्वर की प्राप्ति का कोई जिहड़ा कोई हमेशा उपदेश दिंदा है, उस रस्ते चलाउंदा है कोशिश करके, वो असली दाता है दुनिया विच। कहो तंत को मंत। इसे तरह अगे भी तंत को मंत। जिहड़ा कोई तंत को मंत कहो, ये दाता जो उपदेश की। कहाँ रंक राजा कब नहीं, कहो तंत को मंत है। तंत को मंत। हाँ, ये तंत को मंत। इसे तरह जिहड़ा तंत की सिद्धांत है, ਉਹਦਾ भी तुसीं संबंध, ਉਹਦੇ संबंध भी कहो। और जिहड़ी जीव ईश्वरी एकता की विचार करनी, यही तंत है, यही सिद्धांत है। मंत्र कहो, मंत्र किहड़ा है? वाहिगुरु गुर मंत्र है, जप हो मैं खोई। यही असली गुर मंत्र है, जिहड़ा यही मंत्र है। दोहरा कहा रंक राजा कवन। ना इस करके हुण रंक किहड़ा है, कंगाल किहड़ा है? कहते जाके तृष्णा अधिक है। जिहदे अंदर कहते माया की ज्यादा तृष्णा, ज्यादा चाहना है, ज्यादा खिच डू है, वही असली कहले कंगाल पछाण लो, नंग पलंग समझ लो। राजा कवन। राजा सो पहचानिए जाकी तृष्णा हान। जिहदे अंदरों माया की तृष्णा नाश होगी, संतोख आ गया। वो कहते असली दुनिया विच राजा पहचान लईए। हरख सोग है कवन। हरख सो आत्म लाभ है। जिन्होंने अपने आत्म स्वरूप की प्राप्ति का लाभ मिल गया है, आत्म स्वरूप की प्राप्ति हो गई है,
ਇਹ ਕਹਿੰਦੇ ਸਭ ਤੋਂ ਵੱਡਾ ਹਰਖ ਹੈ, ਸਭ ਤੋਂ ਵੱਡੀ ਖੁਸ਼ੀ ਪ੍ਰਸੰਨਤਾ ਹੈ। ਸੋਗ ਹੈ ਕਵਨ। ਹਾਂ, ਸੋਗ ਕਿਹੜਾ ਹੈ? ਚਿੰਤਾ ਮਾਨਸੋ ਸੋਗ। ਜਿਹੜਾ ਚਿੰਤਾ ਵਾਲਾ ਮਨੁੱਖ ਹੈ ਉਹ ਹਮੇਸ਼ਾ ਕਹਿੰਦੇ ਸੋਗ ਵਾਲਾ ਹੈ, ਉਹ ਸੋਗੀ ਰਹਿੰਦਾ ਹੈ। ਕੋ ਰੋਗੀ ਰਾਗੀ ਕਵਨ। ਰੋਗੀ ਕਿਹੜਾ ਹੈ? ਵਿਸ਼ਿਆ ਸ਼ਕਤ, ਜਿਹੜਾ ਵਿਸ਼ਿਆਂ ਵਿੱਚ ਕਹਿੰਦੇ ਖਚਤ ਹੋਇਆ ਹੈ, ਉਹੀ ਕਹਿੰਦੇ ਸਭ ਤੋਂ ਵੱਡਾ ਰੋਗੀ ਹੈ। ਰਾਗੀ ਕਵਨ। ਇਸੇ ਤਰ੍ਹਾਂ ਰਾਗੀ ਕਿਹੜਾ? ਪ੍ਰੇਮੀ ਪਿਆਰਾ ਕਿਹੜਾ? ਕਹਿੰਦਾ ਜਿਹੜਾ ਚਿੱਤ ਨੂੰ ਵਿਸ਼ਿਆਂ ਵੱਲੋਂ ਰੋਕ ਕੇ ਰੱਖਦਾ ਹੈ, ਮਾੜੇ ਪਾਸੇ ਚਿੱਤ ਨਹੀਂ ਨਾ ਜਾਣ ਦਿੰਦਾ, ਉਸੀ ਇਸ ਲਈ ਕਹਿੰਦੇ ਪ੍ਰੇਮੀ ਪਿਆਰਾ ਹੈ। ਕਹੋ ਤਤ ਮੋਹ ਤਵਨ। ਇਸ ਤਰ੍ਹਾਂ ਕਹਿੰਦੇ ਮੈਨੂੰ ਇਹ ਜਿਹੜਾ ਤਤ ਦਾ ਜਿਹੜਾ ਸਿਧਾਂਤ ਦਾ ਬਚਨ ਕਹੋ, ਤਾਂ ਕਹਿੰਦੇ ਕਹੋ ਤਤ ਮੋਹਿ ਤਵਨ। ਇਹ ਤੇਰੇ ਤਵਨ ਕੀ ਹੈ? ਤੇਰੇ ਤਾਈਂ ਮੋਹਿ ਕੀ ਹੈ? ਮੈਨੇ ਤਤ ਦਾ ਸਿਧਾਂਤ ਦਾ ਬਚਨ ਕਹਿਆ ਹੈ। ਦੋਹਰਾ ਕਵਨ ਰਿਸ਼ਟ ਕੋ ਪੁਸ਼ਟ ਹੈ। ਹੁਣ ਅੱਗੇ ਪ੍ਰਸ਼ਨ ਹੈ, ਕਵਨ ਰਿਸ਼ਟ ਕੋ ਪੁਸ਼ਟ ਹੈ। ਦੁਨੀਆ ਵਿੱਚ ਰਿਸ਼ਟ ਕੀ ਹੈ? ਰਜਿਆ ਹੋਇਆ ਕਿਹੜਾ ਹੈ? ਉਹਦਾ ਅਰਥ ਹੈ ਸਹਿਤ ਵਿਵੇਕ ਸੋ ਰਿਸ਼ਟ ਹੈ, ਜਿਹੜਾ ਵਿਵੇਕ ਦੇ ਸਮੇਤ ਹੈ, ਜੀਵ ਈਸ਼ ਦੀ ਵਿਚਾਰ ਦੇ ਸਹਿਤ ਮਨੁੱਖ ਹੈ, ਉਹ ਕਹਿੰਦੇ ਰਿਸ਼ਟ ਹੈ। ਰਜਿਆ ਪੁਜਿਆ ਹੋਇਆ ਮਨੁੱਖ ਹੈ ਜਾਂ ਖੁਸ਼ੀ ਪ੍ਰਸੰਨਤਾ ਸਹਿਤ ਹੈ। ਕੋ ਪੁਸ਼ਟ ਹੈ। ਪੁਸ਼ਟ ਮਜ਼ਬੂਤ ਤਕੜਾ ਬਲਵਾਨ। ਬਲ ਵਾਲਾ ਕਿਹੜਾ ਪੁਰਸ਼ ਹੈ? ਕਹਿੰਦੇ ਸੋ ਪੁਸ਼ਟ ਸੋ ਪਰਾਕਰਮਵਾਨ। ਜਿਹੜਾ ਆਤਮਿਕ ਬਲ ਵਾਲਾ ਮਨੁੱਖ ਹੈ ਉਹ ਬਹੁਤ ਪੁਸ਼ਟ, ਬਹੁਤ ਤਕੜਾ, ਬਹੁਤ ਬਲਵਾਨ ਹੈ। ਕਹਾ ਸ੍ਰੇਸ਼ਟ ਕੋ ਵਿਚਾਰ। ਹਾਂ, ਸ੍ਰੇਸ਼ਟ ਵਿਚਾਰ। ਵਿਚਾਰ ਇਹ ਵੀ ਸ੍ਰਿਸ਼ਟੀ ਦੀ ਜਿਹੜੀ ਵਿਚਾਰਤਾ ਇਹ ਹੈ ਵੀ ਇਹ ਨਾਸਵੰਤ ਹੈ। ਇਸ ਕਰਕੇ ਜਿਵੇਂ ਮਿਰਗ ਤ੍ਰਿਸ਼ਨਾ ਦਾ ਜਲ ਹੁੰਦਾ ਹੈ, ਇਹ ਸ੍ਰਿਸ਼ਟੀ ਦਾ ਵਿਚਾਰ ਲਓ। ਜਿਵੇਂ ਮਿਰਗ ਤ੍ਰਿਸ਼ਨਾ ਦਾ ਜਲ ਝੂਠਾ ਹੁੰਦਾ, ਇਸ ਤਰ੍ਹਾਂ ਸ੍ਰਿਸ਼ਟੀ ਦਾ ਵਿਚਾਰ ਵੀ ਐਸੇ ਹੀ ਵੀ ਝੂਠੀ ਹੈ। ਕਵਨ ਸ੍ਰੇਸ਼ਟ ਕੋ ਭ੍ਰਿਸ਼ਟ ਹੈ। ਕਿਹੜਾ ਸ੍ਰੇਸ਼ਟ ਦੇ ਵਿੱਚ ਭ੍ਰਿਸ਼ਟ ਹੋਇਆ, ਨੀਚ ਨਿਗਰਿਆ ਹੋਇਆ, ਗਰਕਿਆ ਹੋਇਆ ਹੈ? ਕਹਿੰਦੇ ਆਤਮ ਪਦ ਜਾਣਿਓ ਨਾ ਜਿਨ। ਜਿਹੜਾ ਆਪਣਾ ਆਤਮ ਸਰੂਪ, ਉਹਦਾ ਰੋਧਾ, ਉਹਦੀ ਪ੍ਰਾਪਤੀ ਨਹੀਂ ਜਾਣੀ ਹੈ, ਉਹ ਸ੍ਰਿਸ਼ਟੀ ਵਿੱਚ ਸਭ ਤੋਂ ਮਨੁੱਖ ਕਹਿੰਦੇ ਭ੍ਰਿਸ਼ਟ ਹੈ, ਨੀਚ ਹੈ, ਨਿਗਰਿਆ ਹੋਇਆ, ਗਰਕਿਆ ਹੋਇਆ ਮਨੁੱਖ ਹੈ। ਕਹੋ ਸਕਲ ਵਿਸਥਾਰ। ਇਹ ਤੈਨੂੰ ਸਾਰਾ ਵਿਸਥਾਰ ਪੂਰਵਕ ਕਹਿ ਦਿੱਤਾ ਮੈਨੇ। ਦੋਹਰਾ ਕਹਾ ਕਰਮ ਕੋ ਕਰਮ ਹੈ। ਇਸੇ ਤਰ੍ਹਾਂ ਵੀ ਜਿਹੜਾ ਦੱਸੋ ਜਿਹੜਾ ਸ੍ਰੇਸ਼ਟ ਕਰਮ ਹੈ ਉਹਦਾ ਕਰਮ ਕੀ ਹੈ, ਫਲ ਕੀ ਹੈ? ਵੀ ਸ੍ਰੇਸ਼ਟ ਕਰਮ ਦਾ ਸ੍ਰੇਸ਼ਟ ਫਲ ਕੀ ਹੈ? ਤੇ ਅੱਗੇ ਜਾਂ ਕਰਮ ਦੇ ਵਿੱਚੋਂ ਜਿਹੜਾ ਸ੍ਰੇਸ਼ਟ ਕਰਮ ਉਹ ਕਿਹੜਾ ਹੈ? ਕਰਨਾ ਕਰਮ ਅਭਿਮਾਨ ਤਿਆਗਨੋ। ਕਰਮ ਸੋ ਕਰਨ ਪ੍ਰਮਾਨ। ਜਿਹੜਾ ਕਹਿੰਦੇ ਕਰਮ ਦਾ ਅਭਿਮਾਨ ਛੱਡ ਦੇਣਾ ਵੀ ਮੈਂ ਆਹ ਕਰਿਆ, ਮੈਂ ਆਹ ਕਰਿਆ ਹੈ। ਇੱਕ ਤਾਂ ਹੈ ਨਾ ਵੀ ਉਹ ਕਰਾ ਕੇ ਕਹਿਣਾ ਵੀ ਇਹ ਪਰਮੇਸ਼ਰ ਨੇ ਕਰਾਇਆ ਹੈ, ਕਰਨ ਕਰਾਉਣ ਵੀ ਸਭ ਕੁਝ ਉਹੀ ਹੈ, ਪਰਮੇਸ਼ਰ ਹੀ ਹੈ। ਇੱਕ ਉਹ ਕਹਿੰਦਾ ਵੀ ਮੈਂ ਇਹ ਕਰਿਆ ਹੈ। ਉਹ ਜਿਹੜੇ ਚੁਸਤ ਲੋਕ ਹੈ, ਜਦੋਂ ਕੋਈ ਮਾੜਾ ਕਰਮ ਹੋ ਜਾਏ ਉਦੋਂ ਕਹਿੰਦੇ ਰੱਬ ਨੇ ਕਰਾਇਆ, ਜਦੋਂ ਚੰਗਾ ਕਰਿਆ ਉਦੋਂ ਕਹਿੰਦੇ ਅਸੀਂ ਕੀਤਾ ਹੈ, ਉਦੋਂ ਆਪਣੀ ਹਉਮੈ ਨੂੰ ਪੱਠੇ ਪਾਉਂਦੇ। ਇਹ ਇੱਧਰ ਹੁਣ ਕਹਿੰਦੇ ਜਿਹੜਾ ਕਰਮ ਅਭਿਮਾਨ ਤਿਆਗ ਨੂੰ, ਆਪਣੇ ਕਰਮ ਕੀਤੇ ਇਹਦਾ ਹੰਕਾਰ ਛੱਡ ਦੇਣਾ ਵੀ ਮੈਂ ਵਰਤ ਕੀਤਾ, ਮੈਂ ਦਾਨ ਰੱਖਿਆ, ਮੈਂ ਆਹ ਕਰਿਆ, ਇਹ ਅਭਿਮਾਨ ਛੱਡ ਦੇਣਾ। ਇਹ ਕਰਮਾਂ ਵਿੱਚੋਂ ਕਹਿੰਦੇ ਸ੍ਰੇਸ਼ਟ ਕਰਮ ਹੈ। ਜਾਂ ਜਿਹੜਾ ਅਭਿਮਾਨ ਛੱਡ ਦੇਣਾ, ਇਹ ਅਭਿਮਾਨ ਛੱਡ ਕੇ ਫੇਰ ਕਰਮ ਕਰਨਾ ਹੈ। ਇਹ ਕਹਿੰਦੇ ਸਭ ਕਰਮ ਹੈ।
ਇਹ ਬੜਾ ਚੰਗਾ ਫਲਦਾਈ ਹੈ। ਕਹਾ ਭਰਮ ਕੋ ਨਾਸ। ਇਸੇ ਤਰ੍ਹਾਂ ਅਥਵਾ ਕਰਮ ਸ਼ਨਾਮਨੋ, ਜਿਹੜਾ ਕੋਈ ਜਿਹੜੇ ਕੁੱਟੇ ਕਰਮ ਉਹਨਾਂ ਨੂੰ ਛੱਡ ਦੇਣਾ, ਇਹੀ ਜਿਹੜਾ ਸ੍ਰੇਸ਼ਟ ਕਰਮ ਦਾ ਫਲ ਦਾ ਸੁਖ ਦੇਣ ਵਾਲਾ ਕਰਮ ਦਾ ਫਲ ਹੈ। ਏਕ ਬ੍ਰਹਮ ਸਭ ਜੈਸਨੋ, ਇਹ ਹੈ ਭਰਮ ਕੋ ਨਾਸ। ਵੀ ਜਿਹੜਾ ਸਾਰਿਆਂ ਦੇ ਇੱਕ ਸਮਾਨ ਬ੍ਰਹਮ ਨੂੰ ਸਮਝਣਾ ਹੈ, ਬਚਣਾ, ਜਿਹੜਾ ਇਹੋ ਜਾਣ ਲੈਣਾ ਹੈ, ਉੱਥੇ ਸਮਝ ਲਓ ਸਾਰੇ ਭਰਮਾਂ ਭੁਲੇਖਿਆਂ ਦਾ ਨਾਸ, ਇਹ ਅਸਲੀ ਭਰਮ ਦਾ ਨਾਸ ਹੈ। ਕਹਾ ਚਿਤਨ ਕੀ ਚੇਸ਼ਟਾ। ਹਾਂ ਕਹਿੰਦੇ ਚੇਤਨ ਦੀ ਜਿਹੜੀ ਚੇਸ਼ਟਾ ਉਹ ਕਿੱਥੇ ਹੈ ਜਾਂ ਕਿਆ ਹੈ। ਕਹਿੰਦੇ ਜਿਹੜੇ ਮਾਇਆ ਦੇ ਸਹਿਤ ਚਿੱਤ ਦੀ ਕਿਤੇ ਕਿਰਿਆ ਹੋਣੀ ਹੈ, ਉਹ ਹੀ ਉਹਨੂੰ ਚੇਸ਼ਟਾ ਕਹਿ ਦਿੰਦੇ ਹਨ। ਕਹਾ ਅਚੇਤ ਪ੍ਰਕਾਸ਼। ਅਚੇਤ ਦਾ ਪ੍ਰਕਾਸ਼ ਕਿੱਥੇ ਹੈ। ਕਹਿੰਦੇ ਜਿਹੜਾ ਉਹ ਕਹਾ ਅਚੇਤ, ਜਿਹੜਾ ਅਫੁਰ ਰੂਪ ਹੋ ਕੇ ਉਹ ਪ੍ਰਕਾਸ਼ ਹੋ ਰਿਹਾ, ਅਫੁਰ ਦਾ ਪ੍ਰਕਾਸ਼ ਹੋ ਰਿਹਾ, ਸਮਝ ਲਓ ਅਚੇਤ ਦਾ ਹੀ ਪ੍ਰਕਾਸ਼ ਹੋ ਰਿਹਾ ਹੈ, ਬਿਨਾਂ ਕਿਸੇ ਕਿਰਿਆ ਤੋਂ। ਦੋਹਰਾ ਕਹਾ ਨੇਮ ਸੰਜਮ ਕਹਾ। ਅੱਗੇ ਫੇਰ ਪ੍ਰਸ਼ਨ ਵੀ ਨੇਮ ਕਿਆ ਹੈ ਤੇ ਸੰਜਮ ਕਿਆ ਹੈ ਤੇ ਗਿਆਨ ਤੇ ਅਗਿਆਨ ਕੀ ਹੈ। ਉਹਨਾਂ ਦੇ ਉੱਤਰ ਦਿੰਦੇ ਹੈ ਯਥਾ ਲਾਭ ਸੰਤੋਇਟ ਹੈ, ਵੀ ਜਿਸ ਤਰ੍ਹਾਂ ਦਾ ਲੱਭ ਜਾਣਾ, ਪ੍ਰਾਪਤ ਹੋਣਾ, ਉਹਦੇ ਵਿੱਚ ਪ੍ਰਸੰਨ ਰਹਿਣਾ, ਇਹ ਸੰਤੋਖ ਦੇ ਲੱਖਣ ਹਨ। ਸੰਜਮ ਕਹਾ। ਸੰਜਮ ਕੀ ਹੈ। ਕਹਿੰਦੇ ਸੋਈ ਨੇਮ ਬਖਾਨੀਏ ਜਾ ਕੇ, ਸੋਈ ਨੇਮ ਬਖਾਨੀਏ ਦੇਵ ਜੀਵ ਕੋ ਮੋਹ। ਵੀ ਜਿਹੜਾ ਕੋਈ ਆ ਜਿਹੜਾ ਜੀਵ ਹੈ, ਇਹ ਜਿਹੜਾ ਇਹਦਾ ਜੀਵ ਆਤਮਾ ਦਾ ਮੋਹ ਕੀ ਛੁਟਕਾਰਾ ਹੋ ਜਾਣਾ, ਇਹ ਅਸਲੀ ਕਹਿੰਦੇ ਨੇਮ ਕਿਹਾ ਜਾਂਦਾ ਹੈ। ਵੀ ਜੀਵ ਆਤਮਾ ਦਾ ਜਿਹੜਾ ਛੁਟਕਾਰਾ ਹੋ ਜਾਏ, ਇਹਦੇ ਵਿੱਚ ਜਿਹੜਾ ਰਹਿ ਕੇ ਕੋਈ ਕਿਰਿਆ ਕਰੇ, ਉਹੀ ਕਹਿੰਦੇ ਸਹੀ ਨੇਮ ਕਿਹਾ ਜਾਂਦਾ ਹੈ। ਸੋ ਇਸ ਤਰ੍ਹਾਂ ਹੀ ਸੰਜਮ ਕਹਾ। ਸੰਜਮ ਕੀ ਹੈ, ਜਿਹੜਾ ਆ ਮਾੜੇ ਪਾਸੇ ਤੋਂ ਜਵਾਨ ਨੂੰ ਚਸਕਿਆਂ ਤੋਂ ਰੋਕ ਕੇ ਰਹਿਣਾ, ਤੇ ਮਾੜੇ ਪਾਸੇ ਤੋਂ ਨਿਦਰਾਂ ਤੋਂ, ਮਾੜੇ ਪਾਸੇ ਤੋਂ ਕੰਨਾਂ ਨੂੰ ਰੋਕ ਕੇ ਰਹਿਣਾ, ਇਹੀ ਸੰਜਮ ਹੈ। ਕਹਾ ਗਿਆਨ ਅਗਿਆਨ। ਇਸੇ ਤਰ੍ਹਾਂ ਜਿਹੜਾ ਮਨ ਦਾ ਕੰਟਰੋਲ ਰੱਖਣਾ, ਇਹੀ ਸੰਜਮ ਹੈ। ਹਿੰਸਾ ਆਦਿਕ ਦਾ ਜੀਵ ਹੱਤਿਆ ਦੇ ਤਿਆਗ ਕਰ ਦੇਣਾ, ਇਹੀ ਸੰਜਮ ਹੈ। ਅੱਗੇ ਕੀ ਹੈ। ਗਿਆਨ ਅਗਿਆਨ। ਅੱਗੇ ਨਾਨ ਕੀ ਹੈ, ਨਾ ਅਗਿਆਨ ਤੇ ਗਿਆਨ ਕੀ ਹੈ। ਜਿਹੜਾ ਨਾਨਾ ਤਰ੍ਹਾਂ ਦਾ ਸੰਸਾਰ ਨੂੰ ਦੇਖਣਾ ਹੈ, ਇਸੇ ਦਾ ਨਾਮ ਕਹਿੰਦੇ ਅਗਿਆਨ ਹੈ। ਇਸੇ ਤਰ੍ਹਾਂ ਜਿਹੜਾ ਨੁਨੱਤਪਣਾ ਛੱਡ ਕੇ ਸਾਰਿਆਂ ਵਿੱਚ ਇੱਕ ਨੂੰ ਤੱਕਣਾ ਹੈ, ਇਸੇ ਦਾ ਨਾਮ ਗਿਆਨ ਹੈ। ਕੋ ਰੋਗੀ ਸੋਗੀ ਕਵਨ। ਹੰਤਾ ਰੋਗ ਨਸਿਓ ਨਹੀਂ, ਜਿਹਦਾ ਕਹਿੰਦੇ ਹੰਤਾ ਮਮਤਾ ਧਾਰ, ਉਹ ਦੁਖਦਾਈ ਅਗਿਆਨ। ਇਹਦਾ ਇਹ ਦੁੱਖ ਦੇਣ ਵਾਲਾ ਗਿਆਨ ਹੈ, ਜਿਹੜਾ ਹੰਗਤਾ ਮਮਤਾ ਨੂੰ ਧਾਰਨਾ ਹੈ। ਤੇ ਇਸੇ ਤਰ੍ਹਾਂ ਸੰਸਾਰ ਨੂੰ ਕਹਿੰਦੇ ਨਨੱਤਪਣ ਤਰ੍ਹਾਂ ਤਰ੍ਹਾਂ ਦਾ ਦੇਖਣਾ, ਇਹ ਵੀ ਅਗਿਆਨ ਹੈ। ਰੋਗੀ ਕੌਣ। ਜਿਹਦਾ ਹਉਮੈ ਦਾ ਰੋਗ ਨਾਸ ਹੋ ਗਿਆ ਹੈ, ਉਸ ਸਮਝ ਲਓ ਰੋਗ ਤੋਂ ਰਹਿਤ ਹੈ। ਜਿਹਦੇ ਅੰਦਰ ਹੰਗਤਾ ਮਮਤਾ ਦਾ ਰੋਗ ਹੈ, ਰੋਗ ਨਹੀਂ ਦੱਸਿਆ ਹੈ, ਇਹ ਦੁੱਖਾਂ ਦਾ ਖਾਣ ਰੋਗ ਹੈ, ਉਹ ਰੋਗੀ ਹੈ। ਸੋਗੀ ਕਵਨ। ਸੋਗੀ ਕਿਹੜਾ ਹੈ, ਜਿਹਨੂੰ ਕਹਿੰਦੇ ਸੰਸਾਰ ਦਾ ਭੈ ਬਣਿਆ ਰਹਿੰਦਾ ਹੈ, ਉਹ ਅਸਲੀ ਕਹਿੰਦੇ ਸੋਗੀ ਹੈ। ਕਹਾ ਧਰਮ ਕੀ ਹਾਨ। ਜੋ ਬਾਸ਼ ਸੰਸਾਰ ਸੋ ਸੋ ਹੈ ਸੋਕ ਵਿਧਾਨ। ਜਿਹੜਾ ਹਮੇਸ਼ਾ ਸੰਸਾਰ ਦੇ ਸੁੱਖ ਹੀ ਚਾਹੁੰਦਾ ਵੀ ਆਹ ਵੀ ਸੁੱਖ ਮਿਲਿਓ, ਇਹ ਕਹਿੰਦੇ ਅਖੀਰੀ
ਨਿਦਾਨ ਕਾਰਨ ਹੈ ਸ਼ੋਕਾਂ ਦਾ। ਇੱਥੋਂ ਸਾਰੇ ਸ਼ੋਕ ਪੈਦਾ ਹੁੰਦੇ। ਜਿਹੜਾ ਸੰਸਾਰ ਦੇ ਸੁਖੀ ਸੁਖ ਚਾਹੁੰਦਾ ਹੈ ਸੋਈ ਸੋਗੀ ਮਾਨੀਏ। ਉਹਨੂੰ ਕਹਿੰਦੇ ਅਸਲੀ ਵੱਡਾ ਸੋਗੀ ਸੋਗਵਾਨ ਪਛਾਣ ਲਈਏ। ਸਦਾ ਚਿੰਤ ਸਦਾ ਚਿੰਤਾ ਮਨ, ਜਿਹੜਾ ਹਮੇਸ਼ਾ ਚਿੰਤਾ ਦੇ ਵਿੱਚ ਹੀ ਲੀਨ ਰਹਿੰਦਾ, ਚਿੰਤਾ ਹੀ ਕਰਦਾ ਰਹਿੰਦਾ ਹੈ। ਕਹਾ ਧਰਮ ਕੀ ਹਾਨ। ਨਿਜ ਰੂਪ ਪ੍ਰਮਾਦ ਬਸ ਦੇ ਆਦਿਕ ਨਿਜ ਮਾਨ। ਜਿਹੜਾ ਆਪਣੇ ਨਿਜ ਸਰੂਪ ਹੈ ਉਹਨੂੰ ਮੈਨੂੰ ਕਹਿੰਦੇ ਪ੍ਰਮਾਦੀ ਰਹਿਣਾ, ਉਧਰੋਂ ਆਲਸ ਕਰਨੀ। ਤੇ ਦੇਹ ਮਾਨ ਦੇ ਕਹਿੰਦੇ ਉਹ ਬਸ ਰਹਿਣਾ, ਅਧੀਨ ਰਹਿਣਾ, ਆਪਣੇ ਆਪ ਨੂੰ ਕੁਝ ਮੂਨਾ ਬ੍ਰਹਮ ਰੂਪ। ਇਹ ਕੀ ਹੈ ਪ੍ਰਸ਼ਨ? ਕਹਾ ਧਰਮ ਕੀ ਹਾਨ। ਉੱਥੇ ਕਹਿੰਦੇ ਧਰਮ ਦੀ ਹਾਨੀ ਹੋ ਜਾਂਦੀ, ਧਰਮ ਨਹੀਂ ਰਹਿੰਦਾ ਹੈ। ਦੋਹਰਾ ਕੋ ਸੂਰਾ ਸੁੰਦਰ ਕਵਨ। ਜਾਂ ਕਹਿੰਦੇ ਭਗਵਤ ਭਜਨ ਭੁਲਾਵਨੋ ਵਹਿ ਧਰਮ ਕੀ ਹਾਨ। ਜਿਹੜਾ ਪਰਮੇਸ਼ਰ ਦਾ ਭਜਨ ਕਰਨਾ ਭੁਲਾ ਦੇਣਾ, ਕਰਨਾ ਨਾ, ਇਹ ਸਮਝ ਲਓ ਧਰਮ ਦੀ ਹਾਨੀ ਕਰਨੀ ਹੈ, ਧਰਮ ਨਾਸ ਕਰਨਾ ਹੈ। ਜੇ ਪਰਮੇਸ਼ਰ ਨੂੰ ਚੇਤੇ ਕਰ ਰਿਹਾ ਮਤਲਬ ਧਰਮ ਕਮਾ ਰਿਹਾ। ਹਾਂ ਕਹੋ ਸੂਰਾ ਸੁੰਦਰ ਕਵਨ। ਸੂਰਮਾ ਕਿਹੜਾ ਹੈ ਤੇ ਸੁੰਦਰ ਕਿਹੜਾ ਹੈ? ਤਾਂ ਅਰਥ ਹੈ ਪੰਜ ਦੋਖ ਜੇ ਬਸ ਪਏ ਸੋਈ ਸੂਰਾ ਮਾਨ। ਇਹ ਜਿਹੜੇ ਪੰਜ ਦੋਖ ਨੇ ਜਿਹਦੇ ਅਧੀਨ ਹੋ ਗਏ, ਕਾਮ ਕ੍ਰੋਧ ਲੋਭ ਮੋਹ ਹੰਕਾਰ ਜਾਂ ਸ਼ਬਦ ਸਪਰਸ਼ ਰੂਪ ਰਸ ਗੰਧ ਸੂਖੋਂ ਵਿਸ਼ੇ, ਇਹ ਵਸਤ ਹੋ ਗਏ। ਉਹੀ ਕਹਿੰਦੇ ਦੁਨੀਆ ਵਿੱਚ ਸਹੀ ਸੂਰਬਾ ਮੰਨ ਲਈਏ। ਜੋ ਇਸ ਮਾਰੇ ਸੋਈ ਸੂਰਾ, ਜੋ ਇਸ ਮਾਰੇ ਸੋਈ ਪੂਰਾ। ਸੁੰਦਰ ਕਵਨ। ਸੋਹਣਾ ਕਿਹੜਾ ਹੈ? ਜਿਹਨੂੰ ਕਹਿੰਦੇ ਪਰਮੇਸ਼ਰ ਦਾ ਗਿਆਨ ਪ੍ਰਾਪਤ ਹੋ ਗਿਆ, ਗਿਆਨ ਰੂਪੀ ਗੁਣ ਪ੍ਰਾਪਤ ਹੋ ਗਿਆ ਹੈ। ਉਹ ਅਰਸਾ ਕਰਕੇ ਸੁੰਦਰ ਸੋਹਣਾ ਜਾਣ ਲਈਏ। ਕਹਾ ਜੋਗ ਕੋ ਸਾਰ। ਹਾਂ ਮੈਂ ਕਹਿੰਦੇ ਯੋਗ ਦਾ ਸਾਰ ਕੀ ਹੈ, ਯੋਗ ਦਾ ਸਿਧਾਂਤ ਕੀ ਹੈ, ਜਾਂ ਸ੍ਰੇਸ਼ਟ ਯੋਗ ਕੀ ਹੈ? ਮਨ ਕੀ ਦ੍ਰਿੜਤਾ, ਜਿਹਦੀ ਮਨ ਦੀ ਪਕਿਆਈ ਹੈ, ਮਨ ਪੱਕਾ ਹੈ। ਕਹਿੰਦੇ ਯੋਗ ਦਾ ਸਾਰ ਹੈ, ਸ੍ਰੇਸ਼ਟ ਯੋਗ ਹੈ। ਇਸੇ ਤਰ੍ਹਾਂ ਕੋ ਦਾਤਾ ਗਿਆਨੀ ਕਵਨ। ਦਾਤਾ ਕਿਹੜਾ ਹੈ? ਜਿਹੜਾ ਆਤਮਾ ਦਾ ਗਿਆਨ ਦਿੰਦਾ ਮਨੁੱਖ ਨੂੰ, ਉਹੀ ਦਾਤਾ ਹੈ। ਗਿਆਨੀ ਕਵਨ। ਗਿਆਨੀ ਕਿਹੜਾ ਹੈ? ਜਿਹੜਾ ਤਿੰਨਾਂ ਗੁਣਾਂ ਤੋਂ ਅਤੀਤ ਹੋ ਗਿਆ ਹੈ। ਸਾਰਿਆਂ ਵਿੱਚ ਜਿਸ ਨੂੰ ਪਰਮੇਸ਼ਰ ਪ੍ਰਤੀਤ ਹੁੰਦਾ ਹੈ ਉਹੀ ਕਹਿੰਦੇ ਗਿਆਨੀ ਹੈ। ਕਹੋ ਵਿਚਾਰ ਅਵਿਚਾਰ। ਹਾਂ ਵਿਚਾਰ ਕੀ ਹੈ ਤੇ ਆ ਵਿਚਾਰ ਕੀ ਹੈ? ਜਿਹੜਾ ਦੇਹ ਦੇ ਨੇਹ ਤੋਂ ਦੂਰ ਰਹਿੰਦਾ ਹੈ, ਦੇਹ ਦੇ ਮੋਹ ਤੋਂ ਪਰੇ ਰਹਿੰਦਾ ਹੈ, ਇਹ ਜਿਹੜਾ ਕਹਿੰਦੇ ਵਿਚਾਰ ਲੋ ਵੀ ਸ੍ਰੇਸ਼ਟ ਵਿਚਾਰ ਹੈ। ਜਿਹੜਾ ਦੇਹ ਦੇ ਮੋਹ ਦੇ ਵਿੱਚ ਰਹਿੰਦਾ, ਤਿੰਨਾਂ ਕੁਝ ਵਿੱਚ ਰਹਿੰਦਾ ਹੈ, ਇਹ ਆ ਵਿਚਾਰ ਸਮਝ ਲਓ, ਵਿਚਾਰ ਲਓ। ਇਸ ਤਰ੍ਹਾਂ ਇਹ 10 ਦੋਹਰਿਆਂ ਦੇ ਜਿਹੜੇ ਉਹ ਬਾਹਰ ਲਾਭ ਅਲੰਕਾਰ ਦੁਆਰਾ, ਇਹ ਜਿਵੇਂ ਉਹ ਗਿਆਨੀ ਠਾਕੁਰ ਸਿੰਘ ਜੀ ਨੇ ਜਾਂ ਉਹ ਸਿੰਘ ਨੇ ਮਹਾਂਪੁਰਸ਼ਾਂ ਨੂੰ ਦਿਖਾਏ ਸਨ, ਉਸ ਅਨੁਸਾਰ ਇਸ ਸੰਪਰਦਾ ਵਿੱਚ ਇਹਨਾਂ ਦੇ ਉੱਤਰ ਦਿੱਤੇ ਜਾਂਦੇ। ਛੰਦਾਬੰਦੀ ਵਿੱਚ ਹੀ ਉਹ ਚੌਥੇ ਅਰਥ ਰੂਪ ਦੇ ਵਿੱਚ ਆਪਾਂ ਵਿਚਾਰ ਕੀਤੀ ਹੈ। ਇਸੇ ਤਰ੍ਹਾਂ ਅੱਗੇ ਆਪਾਂ ਜਿਵੇਂ ਵੀ ਵਿਚਾਰ ਆਏਗੀ ਉਹ ਕੱਲ੍ਹ ਦੇ ਦੀਵਾਨ ਵਿੱਚ ਕਰਾਂਗੇ। ਸਮਾਂ ਹੋਇਆ ਹੈ ਤੇ ਅਜੇ ਇੱਥੇ ਸਮਾਪਤੀ ਹੈ ਜੀ। ਕੋ ਸੂਰਾ ਸੁੰਦਰ ਕਵਨ। ਕਹਾ ਜੋਗ ਕੋ ਸਾਰ। ਕੋ ਦਾਤਾ ਗਿਆਨੀ ਕਵਨ। ਕਹੋ ਵਿਚਾਰ ਅਵਿਚਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਆਚਤ ਹੈ ਪਾਰ ਬ੍ਰਹਮ ਅਵਨਾਸੀ ਅਗਨਾਸ। हे पूरन हे सर्वमय
दुख भंजन गुण साथ, हे संगी हे निरंकार, हे निर्गुण सब टेक, हे गोविंद हे गुण निधान, जाके सदा विवेक, हे अपरंपर हर हरे है पीहो वनहार, हे संतां कै सदा संग निदाराया आधार, हे ठाकर हाँ दासरो मैं निर्गुण गुण नहीं कोई, नानक दीजै नाम दान रखो हिया परोय, आए प्रभु शरणागति कृपा निध दयाल, एक अखर हर मन वसत नानक होत निहाल, वाहिगुरु नाम जहाज है चढ़े सो तरे पार, जो सरदा कर सेवंदे गुरु पार उतारनहार, जो सरदा कर सेवंदे गुरु पार उतारनहार, तू ठाकुर